ਵਿਸ਼ਾ ਹੈ ਸਮਾਜ ਸ਼ਾਸਤਰ ਦਾ ਹੋਰ ਸਮਾਜ ਵਿਗਿਆਨਾਂ ਦੇ ਨਾਲ ਕੀ ਸੰਬੰਧ ਹੈ। ਜੋ ਸਮਾਜ ਸ਼ਾਸਤਰ ਹੈ, ਇਸ ਨੂੰ ਇੱਕ ਸ਼ਾਸਤਰ ਇਸ ਲਈ ਮੰਨਿਆ ਗਿਆ ਹੈ ਕਿਉਂਕਿ ਲੋਕਾਂ ਦਾ, ਵਿਅਕਤੀਆਂ ਦਾ ਜੋ ਸਮਾਜ ਦੇ ਵਿੱਚ ਵਿਚਰਦੇ ਹਨ, ਉਹਨਾਂ ਦਾ ਅਧਿਐਨ ਹੈ। ਤੇ ਜਿਹੜੇ ਬਾਕੀ ਵਿਗਿਆਨ ਹਨ, ਉਹਨਾਂ ਦਾ ਵੀ ਸਮਾਜ ਸ਼ਾਸਤਰ ਦੇ ਨਾਲ ਗੂੜਾ ਸੰਬੰਧ ਹੈ, ਡੂੰਘਾ ਸੰਬੰਧ ਹੈ। ਸੋ ਅੱਜ ਇਸ ਵਿਸ਼ੇ ਦੇ ਵਿੱਚ ਗੱਲ ਕਰਾਂਗੇ ਸਮਾਜ ਸ਼ਾਸਤਰ ਦਾ ਇਤਿਹਾਸ ਦੇ ਨਾਲ ਸੰਬੰਧ, ਸਮਾਜ ਸ਼ਾਸਤਰ ਦਾ ਮਨੋਵਿਗਿਆਨ ਦੇ ਨਾਲ ਕੀ ਸੰਬੰਧ ਹੈ ਅਤੇ ਮਾਨਵ ਵਿਗਿਆਨ ਦੇ ਨਾਲ ਸੰਬੰਧ। ਸੋ ਤਿੰਨ ਸਮਾਜਿਕ ਵਿਗਿਆਨਾਂ ਦੇ ਨਾਲ ਸਮਾਜ ਸ਼ਾਸਤਰ ਦਾ ਸੰਬੰਧ ਦੀ ਗੱਲ ਕਰਾਂਗੇ। ਸੋ ਸਭ ਤੋਂ ਪਹਿਲਾਂ ਸ਼ੁਰੂ ਕਰਾਂਗੇ ਮਨੋਵਿਗਿਆਨ ਦੇ ਨਾਲ ਸਮਾਜ ਦਾ ਰਿਸ਼ਤਾ ਜਾਂ ਸਮਾਜ ਦਾ ਸੰਬੰਧ ਜਾਂ ਸਮਾਜ ਵਿਗਿਆਨ ਦਾ ਸੰਬੰਧ ਕਹਿ ਸਕਦੇ ਹਾਂ। ਸੋ ਸਭ ਤੋਂ ਪਹਿਲਾਂ ਤਾਂ ਇਹ ਦੇਖਣ ਨੂੰ ਮਿਲਦਾ ਹੈ ਕਿ ਆਮ ਤੌਰ ਉੱਤੇ ਜੋ ਸਾਰੇ ਹੀ ਵਿਗਿਆਨ ਹਨ, ਉਹ ਦੋ ਭਾਗਾਂ ਦੇ ਵਿੱਚ ਵੰਡੇ ਹੋਏ ਹਨ। ਇੱਕ ਹੈ ਪ੍ਰਕਿਰਤਿਕ ਵਿਗਿਆਨ ਅਤੇ ਦੂਸਰਾ ਹੈ ਸਮਾਜਿਕ ਵਿਗਿਆਨ। ਸੋ ਜੋ ਪ੍ਰਕਿਰਤਿਕ ਵਿਗਿਆਨ ਹੈ ਉਹ ਕੀ ਹੁੰਦਾ ਹੈ, ਜਿਹੜੇ ਕਿ ਜੀਵ ਵਿਗਿਆਨਿਕ ਘਟਨਾਵਾਂ ਤੇ ਕੁਦਰਤੀ ਘਟਨਾਵਾਂ ਦੇ ਨਾਲ ਕੀ ਹੈ, ਇਹ ਸੰਬੰਧਿਤ ਹਨ। ਜਿਵੇਂ ਕੈਮਿਸਟਰੀ ਹੈ, ਫਿਜ਼ਿਕਸ, ਐਂਥ੍ਰੋਪੋਲੋਜੀ ਜਾਂ ਐਸਟਰੋਨੋਮੀ, ਬੋਟਨੀ, ਬਾਇਓਲੋਜੀ ਹੈ। ਸੋ ਇਹ ਸਾਰੇ ਹੀ ਪ੍ਰਕਿਰਤਿਕ ਵਿਗਿਆਨ ਦੇ ਅਧੀਨ ਆਉਂਦੇ ਹਨ। ਇਹ ਉਹ ਹੁੰਦੇ ਹਨ ਜਿਨ੍ਹਾਂ ਜਿਹੜੇ ਕੀ ਹੈ ਜੀਵ ਵਿਗਿਆਨਿਕ ਘਟਨਾਵਾਂ ਤੇ ਕੁਦਰਤੀ ਘਟਨਾਵਾਂ ਦੇ ਨਾਲ ਸੰਬੰਧਿਤ ਰੱਖਦੇ ਹਨ। ਉਸ ਤੋਂ ਬਾਅਦ ਦੂਸਰਾ ਆ ਜਾਂਦਾ ਹੈ ਸਮਾਜਿਕ ਵਿਗਿਆਨ। ਸੋ ਸਮਾਜਿਕ ਵਿਗਿਆਨ ਉਹ ਵਿਗਿਆਨ ਹੁੰਦਾ ਹੈ ਜਿਹੜਾ ਮਨੁੱਖੀ ਸਮਾਜ ਦੀਆਂ ਘਟਨਾਵਾਂ, ਵਿਧੀਆਂ, ਉਹਨਾਂ ਦੇ ਵਿੱਚ ਕੀ ਪ੍ਰਕਿਰਿਆਵਾਂ ਹੋ ਰਹੀਆਂ, ਇਹ ਸਾਰੀਆਂ ਚੀਜ਼ਾਂ ਨਾਲ ਸੰਬੰਧਿਤ ਹੁੰਦਾ ਹੈ। ਜਿਵੇਂ ਰਾਜਨੀਤਿਕ ਵਿਗਿਆਨ, ਅਰਥ ਸ਼ਾਸਤਰ, ਮਨੋਵਿਗਿਆਨ, ਮਾਨਵ ਵਿਗਿਆਨ ਤੇ ਇਤਿਹਾਸ। ਸੋ ਇਹ ਆਪਾਂ ਇਸ ਦੇ ਵਿੱਚ ਪੜਾਂਗੇ ਕਿ ਕਿਵੇਂ ਹਰ ਇੱਕ ਵਿਗਿਆਨ ਦਾ, ਕਿਵੇਂ ਇਹ ਤਿੰਨੋਂ ਇਤਿਹਾਸ, ਮਨੋਵਿਗਿਆਨ ਅਤੇ ਮਾਨਵ ਵਿਗਿਆਨ ਦਾ ਸਮਾਜਿਕ ਵਿਗਿਆਨ ਨਾਲ, ਸਮਾਜ ਵਿਗਿਆਨ ਦੇ ਨਾਲ, ਸੋਸ਼ੀਓਲੋਜੀ ਦੇ ਨਾਲ ਕਿਸ ਤਰ੍ਹਾਂ ਦਾ ਸੰਬੰਧ ਹੈ, ਕਿਸ ਤਰ੍ਹਾਂ ਦਾ ਰਿਲੇਸ਼ਨ ਹੈ। ਸੋ ਸ਼ੁਰੂ ਤੋਂ ਇਹ ਦੇਖਣ ਨੂੰ ਮਿਲਦਾ ਹੈ ਕਿ ਇਸ ਦੀ ਜੋ ਇੱਕ ਇਕਾਈ ਹੈ ਉਹ ਮਨੁੱਖ ਕੀ ਹੈ, ਸਮਾਜ ਦੀ ਇੱਕ ਮੁੱਖ ਇਕਾਈ ਹੈ ਜਿਸ ਦੇ ਨਾਲ ਇਹ ਸਮਾਜ ਚੱਲ ਰਿਹਾ ਹੈ, ਸਮਾਜ ਦੇ ਵਿੱਚ ਉਹ ਵਿਚਰਦਾ ਹੈ, ਆਪਣੀਆਂ ਜ਼ਰੂਰਤਾਂ ਪੂਰੀਆਂ ਕਰਦਾ ਹੈ। ਕਦੇ ਵੀ ਇੱਕ ਮਨੁੱਖ ਇਕੱਲਾ ਨਹੀਂ ਰਹਿ ਸਕਦਾ ਤੇ ਦੂਜੇ ਵਿਅਕਤੀਆਂ ਨਾਲ ਉਹ ਸੰਬੰਧ ਬਣਾ ਕੇ ਰੱਖਦਾ ਹੈ। ਤੇ ਜਿਵੇਂ ਜਿਵੇਂ ਉਹ ਅੱਗੇ ਵੱਧਦਾ ਜਾਂਦਾ ਹੈ ਤਾਂ ਕਈ ਵਾਰ ਉਹ ਆਰਥਿਕ ਸੰਸਥਾਵਾਂ ਦਾ ਹਿੱਸਾ ਬਣਦਾ ਹੈ, ਵੱਖ-ਵੱਖ ਸਮੂਹਾਂ ਦਾ ਹਿੱਸਾ ਬਣਦਾ ਹੈ ਤੇ ਬਹੁਤ ਸਾਰੇ ਜੋ ਵਿਗਿਆਨੀ ਹੈ ਜਾਂ ਜਿਹੜੇ ਸਮਾਜਿਕ ਵਿਗਿਆਨ ਹੈ, ਉਹ ਇਹਨਾਂ ਸਾਰਿਆਂ ਵਿਅਕਤੀ ਦੀਆਂ ਸਾਰੀਆਂ ਗਤੀਵਿਧੀਆਂ ਦਾ ਕੀ ਹੈ, ਉਹ ਉਹਨਾਂ ਦਾ ਅਨੁਮਾਨ ਲਗਾਉਣ ਲਈ ਵੱਖ-ਵੱਖ ਜਿਹੜੇ ਵਿਗਿਆਨ ਹੈ ਉਹਨਾਂ ਦਾ ਗਿਆਨ ਲੈਣਾ ਪੈਂਦਾ ਹੈ। ਸੋ ਸਭ ਤੋਂ ਪਹਿਲਾਂ ਮਨੋਵਿਗਿਆਨ ਦੇ ਨਾਲ ਸਮਾਜ ਵਿਗਿਆਨ ਦਾ ਅੰਤਰ ਦੇਖਾਂਗੇ, ਸਮਾਜ ਵਿਗਿਆਨ ਦੇ ਰਿਸ਼ਤੇ ਬਾਰੇ, ਸੰਬੰਧ ਬਾਰੇ ਗੱਲ ਕਰਾਂਗੇ। ਸੋ ਮਨੋਵਿਗਿਆਨ ਕੀ ਹੈ, ਜਿਸ ਨੂੰ ਸਾਈਕੋਲੋਜੀ ਕਿਹਾ ਗਿਆ। ਸੋ ਮਨੋਵਿਗਿਆਨ ਇੱਕ ਵਿਅਕਤੀ ਦੇ ਵਿਅਕਤੀਗਤ ਵਿਵਹਾਰ ਦਾ ਅਧਿਐਨ ਕਰਦਾ ਹੈ। ਉਹ ਇੱਕ ਵਿਅਕਤੀ ਜੋ ਜਿਸ ਢੰਗ ਦੇ ਨਾਲ ਵਿਵਹਾਰ ਕਰ ਰਿਹਾ ਹੈ ਸਮਾਜ ਦੇ ਵਿੱਚ, ਲੋਕਾਂ ਦੇ ਵਿੱਚ ਜਿਸ ਢੰਗ ਨਾਲ ਵਿਚਰ ਰਿਹਾ ਹੈ, ਉਹ ਕਿਸ ਢੰਗ ਦੇ ਕੰਮ ਕਰ ਰਿਹਾ ਹੈ, ਸੋ ਉਹਦਾ ਸਾਰਾ ਵਿਵਹਾਰ ਦੇ ਉੱਤੇ ਇਹ ਚੀਜ਼ਾਂ ਆਧਾਰਿਤ ਹੁੰਦੀਆਂ। ਇਸ ਲਈ ਇਹ ਕਹਿ ਸਕਦੇ ਹਾਂ ਕਿ ਜੋ ਮਨੋਵਿਗਿਆਨ ਹੈ ਉਹ ਵਿਅਕਤੀਗਤ ਵਿਵਹਾਰ ਦਾ ਅਧਿਐਨ ਕਰਦਾ ਹੈ ਅਤੇ ਸਮਾਜ ਸ਼ਾਸਤਰ ਕੀ ਹੈ, ਵਿਅਕਤੀਗਤ ਜਾਂ ਵਿਅਕਤੀਆਂ ਦੇ ਵਿਚਕਾਰ ਜੋ ਸੰਬੰਧ ਪਾਏ ਜਾਂਦੇ ਹਨ ਉਸ ਦਾ ਅਧਿਐਨ ਕਰਦਾ ਹੈ। ਇੱਕ ਵਿਅਕਤੀ ਦਾ ਸੰਬੰਧ ਦੂਜੇ ਵਿਅਕਤੀ ਨਾਲ ਜੋ ਪਾਇਆ ਜਾ ਰਿਹਾ ਹੈ ਉਸ ਦਾ ਅਧਿਐਨ ਕਰੇਗਾ ਸਮਾਜ ਸ਼ਾਸਤਰ, ਅਤੇ ਮਨੋਵਿਗਿਆਨ ਕੀ ਅਧਿਐਨ ਕਰੇਗਾ ਕਿ ਇੱਕ ਵਿਅਕਤੀ ਦੇ ਮਨ ਦੇ ਅੰਦਰ ਕਿਸ ਢੰਗ ਦੇ ਵਿਚਾਰ ਆ ਰਹੇ ਹਨ, ਉਸ ਦਾ ਕੀ ਵਿਵਹਾਰ ਹੈ। ਸੋ ਇੱਕ ਮਨੁੱਖ ਦਾ, ਇੱਕ ਵਿਅਕਤੀ ਦੇ ਵਿਵਹਾਰ ਦਾ ਅਧਿਐਨ ਮਨੋਵਿਗਿਆਨ ਕਰੇਗਾ। ਇਸ ਕਰਕੇ ਇਹ ਬੋਲ ਸਕਦੇ ਹਾਂ ਕਿ ਮਨੋਵਿਗਿਆਨ ਅਤੇ ਸਮਾਜ ਵਿਗਿਆਨ, ਸਮਾਜ ਸ਼ਾਸਤਰ, ਇਹ ਦੋਨੋਂ ਹੀ ਇੱਕ ਦੂਜੇ ਨਾਲ ਡੂੰਘੇ ਜੁੜੇ ਹੋਏ ਹਨ। ਸੋ ਇਹ ਦੋਵੇਂ ਵਿਗਿਆਨ ਸਾਂਝੇ ਹਨ ਅਤੇ ਇੱਕ ਦੂਜੇ ਦੇ ਨੇੜੇ ਵੀ ਹਨ, ਕਿਉਂਕਿ ਕੋਈ ਵੀ ਵਿਗਿਆਨ ਸਮਾਜ ਵਿਗਿਆਨ ਤੋਂ ਜਾਂ ਸਮਾਜ ਸ਼ਾਸਤਰ ਤੋਂ ਇਲਾਵਾ ਜਾਂ ਉਹ ਤੋਂ ਅਲੱਗ ਰਹਿ ਕੇ ਕੰਮ ਨਹੀਂ ਕਰ ਸਕਦਾ। ਉਦਾਹਰਨ ਦੇ ਤੌਰ ਤੇ ਕਿ ਜਿਵੇਂ ਰਾਜਨੀਤਿਕ ਸੱਤਾ ਦੇਖਣੀ ਹੈ, ਆਰਥਿਕ ਜ਼ਰੂਰਤਾਂ ਕਿਵੇਂ ਇੱਕ ਵਿਅਕਤੀ ਪੂਰਾ ਕਰ ਰਿਹਾ ਹੈ ਜਾਂ ਉਹ ਸਮਾਜ ਦੇ ਵਿੱਚ ਕਿਵੇਂ ਵਿਚਰ ਰਿਹਾ ਹੈ। ਸੋ ਇਹ ਸਾਰੀਆਂ ਚੀਜ਼ਾਂ ਲਈ ਜ਼ਰੂਰੀ ਹੈ ਕਿ ਹਰ ਇੱਕ ਵਿਗਿਆਨ ਸਮਾਜ ਵਿਗਿਆਨ ਦੇ ਨਾਲ, ਸੋਸ਼ੀਓਲੋਜੀ ਦੇ ਨਾਲ ਰਿਲੇਟ ਹੋ ਕੇ ਕੰਮ ਕਰੇਗਾ, ਉਸ ਦੇ ਅਧੀਨ ਹੋ ਕੇ ਹੀ ਕੰਮ ਕਰੇਗਾ। ਇਸ ਕਰਕੇ ਹੀ ਸਮਾਜ ਸ਼ਾਸਤਰ ਨੂੰ ਸਾਰੇ ਹੀ ਸ਼ਾਸਤਰਾਂ ਦੀ ਮਾਂ ਵੀ ਕਿਹਾ ਗਿਆ। ਸੋ ਇਹਨਾਂ ਦਾ ਇੱਕ ਦੂਜੇ ਨਾਲ ਗੂੜਾ ਸੰਬੰਧ ਹੁੰਦਾ ਹੈ। ਸਾਰੇ ਹੀ ਜੇ ਵਿਗਿਆਨਾਂ ਦੀ ਗੱਲ ਕਰੀਏ, ਉਦਾਹਰਨ ਦੇ ਤੌਰ ਤੇ ਜਿਵੇਂ ਮਨੁੱਖੀ ਸਰੀਰ ਹੈ,
ਮਨੁੱਖੀ ਸਰੀਰ ਦੇ ਵਿੱਚ ਵੱਖ-ਵੱਖ ਅੰਗ ਆਪਣੀ-ਆਪਣੀ ਜਗ੍ਹਾ ਤੇ ਰਹਿ ਕੇ ਕੰਮ ਕਰਦੇ ਹੈ ਤੇ ਉਸ ਸਰੀਰ ਦਾ ਰੂਪ ਲੈ ਕੇ ਇੱਕ ਇਕਾਈ ਦੇ ਵਾਂਗ, ਇੱਕ ਯੂਨਿਟ ਦੇ ਵਾਂਗ ਕੰਮ ਕਰ ਰਹੇ ਹਨ। ਸੋ ਉਦਾਂ ਹੀ ਸਾਰੇ ਵਿਗਿਆਨ ਹਨ ਕਿ ਜਿਵੇਂ ਆਪਾਂ ਸੋਸ਼ੀਓਲੋਜੀ ਦੀ ਜੇ ਆਪਾਂ ਗੱਲ ਕਰਦੇ ਹਾਂ ਤਾਂ ਉਸ ਦੇ ਵਿੱਚ ਸਾਈਕੋਲੋਜੀ ਨਾਲ ਰਿਲੇਟ ਹੋ ਰਹੀ ਹੈ, ਐਂਥਰੋਪੋਲੋਜੀ ਰਿਲੇਟ ਹੈ, ਹਿਸਟਰੀ ਰਿਲੇਟ ਹੈ। ਸੋ ਹਰ ਇੱਕ ਵਿਗਿਆਨ ਕੀ ਹੈ, ਇੱਕ ਦੂਜੇ ਨਾਲ ਜੁੜਿਆ ਹੋਇਆ, ਇਹਨਾਂ ਦੇ ਵਿੱਚ ਡੂੰਘਾ ਸੰਬੰਧ। ਸੋ ਜੋ ਵਿਅਕਤੀ ਸੀ, ਵਿਅਕਤੀ ਦਾ ਜੀਵਨ ਬਹੁਤ ਹੀ ਜਟਿਲ ਹੈ। ਜੇਕਰ ਸਮਾਜ ਵਿਗਿਆਨ ਨੇ ਕਿਸੇ ਸਮਾਜ ਦਾ ਅਧਿਐਨ ਕਰਨਾ ਹੁੰਦਾ ਹੈ ਤਾਂ ਉਸਨੂੰ ਹੋਰ ਸਮਾਜ ਵਿਗਿਆਨਾਂ ਦੀ ਮਦਦ ਲੈਣੀ ਪੈਂਦੀ ਹੈ। ਇਸ ਕਰਕੇ ਹੀ ਇਸ ਨੂੰ ਸਾਰੇ ਸਮਾਜਿਕ ਵਿਗਿਆਨਾਂ ਦੀ ਮਾਂ ਦਾ ਦਰਜਾ ਦੇ ਦਿੱਤਾ ਗਿਆ ਹੈ। ਸਮਾਜ ਵਿਗਿਆਨ ਨੂੰ, ਸੋਸ਼ੀਓਲੋਜੀ ਨੂੰ ਸਾਰੇ ਹੀ ਸਮਾਜ ਵਿਗਿਆਨਾਂ ਦੀ ਮਾਂ ਦਾ ਦਰਜਾ ਦੇ ਦਿੱਤਾ ਗਿਆ ਹੈ, ਕਿਉਂਕਿ ਸਮਾਜ ਵਿਗਿਆਨ ਤੋਂ ਇਲਾਵਾ ਜਾਂ ਇਸ ਤੋਂ ਬਿਨਾਂ ਸਾਰੇ ਹੀ ਵਿਗਿਆਨ ਅਧੂਰੇ ਵੀ ਸਮਝੇ ਜਾਂਦੇ ਹਨ। ਸੋ ਕੁਝ ਸਮਾਜ ਵਿਗਿਆਨੀਆਂ ਅਨੁਸਾਰ ਇਹ ਵੀ ਕਿਹਾ ਗਿਆ ਹੈ ਕਿ ਸਮਾਜ ਵਿਗਿਆਨ ਇੱਕ ਸੁਤੰਤਰ ਵਿਗਿਆਨ ਹੈ। ਇਹ ਇੱਕ ਉਸ ਢੰਗ ਦਾ ਸੁਤੰਤਰ ਵਿਗਿਆਨ ਹੈ ਅਤੇ ਕਈਆਂ ਅਨੁਸਾਰ ਉਹਨਾਂ ਨੇ ਇਸ ਨੂੰ ਸਧਾਰਨ ਵਿਗਿਆਨ ਦਾ ਵੀ ਨਾਮ ਦਿੱਤਾ ਹੈ ਕਿ ਇਹ ਸਧਾਰਨ ਵਿਗਿਆਨ ਵੀ ਹੈ ਅਤੇ ਹੋਰ ਸਮਾਜ ਵਿਗਿਆਨੀਆਂ ਦਾ ਕੀ ਹੈ ਜਾਂ ਸਮਾਜ ਜਿਹੜੇ ਵਿਗਿਆਨ ਹਨ ਉਹਨਾਂ ਦਾ ਇਹ ਮਿਸ਼ਰਣ ਹੈ, ਕਿਉਂਕਿ ਹਰ ਇੱਕ ਸਮਾਜ ਵਿਗਿਆਨ ਨੂੰ ਸੋਸ਼ੀਓਲੋਜੀ ਦੇ ਵਿੱਚ ਐਂਟਰ ਕਰ ਦਿੱਤਾ ਗਿਆ, ਉਸ ਦੇ ਵਿੱਚ ਸ਼ਾਮਿਲ ਕਰ ਦਿੱਤਾ ਗਿਆ। ਉਦਾਹਰਨ ਦੇ ਤੌਰ ਤੇ ਕਿ ਜੇ ਇੱਕ ਵਿਅਕਤੀ ਦੀ ਆਰਥਿਕ ਸਥਿਤੀ ਜਾਂ ਆਰਥਿਕ ਅਵਸਥਾ ਦੇਖਣੀ ਹੈ ਕਿ ਕਿਵੇਂ ਪੈਸੇ ਦਾ ਉਤਪੰਨ ਕਿਵੇਂ ਹੋ ਰਿਹਾ ਹੈ, ਉਸਦਾ ਉਤਪਾਦਨ ਕਿਸ ਢੰਗ ਨਾਲ ਹੋ ਰਿਹਾ ਹੈ, ਵੰਡ ਕਿਸ ਢੰਗ ਨਾਲ ਹੋ ਰਹੀ ਹੈ, ਉਪਭੋਗ ਕਿਵੇਂ ਕੀਤਾ ਜਾ ਰਿਹਾ ਹੈ। ਸੋ ਇਹ ਸਭ ਕੁਝ ਕੀ ਹੈ, ਆਰਥਿਕ ਜੋ ਅਰਥ ਸ਼ਾਸਤਰ ਹੁੰਦੇ ਆ ਉਸ ਦੇ ਵਿੱਚ ਦੇਖਿਆ ਜਾ ਰਿਹਾ ਹੈ। ਉਵੇਂ ਹੀ ਇਤਿਹਾਸ ਦੇ ਵਿੱਚ ਇਹ ਦੇਖਿਆ ਜਾਂਦਾ ਹੈ, ਜਿਹੜਾ ਇਤਿਹਾਸ ਵਿਸ਼ਾ ਹੈ, ਸਬਜੈਕਟ ਹੈ, ਕਿ ਕਿਹੜੀ ਘਟਨਾ ਕਿਸ ਸੰਨ ਦੇ ਵਿੱਚ ਕਦ ਹੋਈ, ਕਿ ਕਿਹੜੇ ਦੋ ਵਿਅਕਤੀਆਂ ਦੇ ਵਿਚਕਾਰ, ਮੁਗਲਾਂ ਦੇ ਵਿਚਕਾਰ ਜਾਂ ਰਾਜਾ ਦੇ ਵਿਚਕਾਰ ਹੋਈ। ਸੋ ਘਟਨਾਵਾਂ ਦਾ ਪਤਾ ਚੱਲਦਾ ਹੈ। ਇਸ ਢੰਗ ਨਾਲ ਇਹ ਬੋਲ ਸਕਦੇ ਹਾਂ ਕਿ ਹਰ ਇੱਕ ਵਿਗਿਆਨ ਸਮਾਜ ਸ਼ਾਸਤਰ ਦੇ ਨਾਲ ਜੁੜਿਆ ਹੋਇਆ ਹੈ, ਉਹਨਾਂ ਦੇ ਵਿੱਚ ਡੂੰਘਾ ਸੰਬੰਧ ਹੈ। ਸੋ ਇੱਥੇ ਹੁਣ ਗੱਲ ਕਰਾਂਗੇ ਕਿ ਮਨੋਵਿਗਿਆਨ ਦੇ ਨਾਲ ਇਹ ਦੋਵੇਂ ਕੀ ਹੈ, ਦੋਵੇਂ ਹੀ ਵਿਗਿਆਨ, ਭਾਵੇਂ ਉਹ ਮਨੋਵਿਗਿਆਨ ਹੈ ਜਾਂ ਉਹ ਸਮਾਜ ਵਿਗਿਆਨ ਹੈ, ਇਹ ਦੋਨੋਂ ਹੀ ਇੱਕ ਦੂਜੇ ਨਾਲ ਜੁੜੇ ਹੋਏ ਹਨ। ਇਹਨਾਂ ਦਾ ਡੂੰਘਾ ਸੰਬੰਧ ਹੈ, ਇਹਨਾਂ ਦੇ ਵਿੱਚ ਨੇੜੇ ਦੇ ਨਜ਼ਦੀਕੇ ਦੇ ਸੰਬੰਧ ਪਾਏ ਜਾਂਦੇ ਹਨ ਤੇ ਇਹ ਸਾਂਝੇ ਵੀ ਹਨ। ਸੋ ਸਮਾਜ ਵਿਗਿਆਨ ਉਸ ਨਾਲ ਕਿਸ ਚੀਜ਼ ਦੇ ਨਾਲ ਹੀ ਨਜਿੱਠਦਾ ਹੈ, ਜੋ ਵਿਅਕਤੀ ਦੇ ਵਿਚਕਾਰ ਹੁੰਦਾ ਹੈ, ਅਤੇ ਮਨੋਵਿਗਿਆਨ ਉਸ ਦੇ ਸਿਰ ਜਾਂ ਅੰਦਰੂਨੀ ਦਿਮਾਗ ਦੇ ਅੰਦਰ ਦੀ ਕੀ ਚੱਲਦਾ ਹੈ ਉਸ ਚੀਜ਼ ਬਾਰੇ ਗਿਆਨ ਕਰ ਲੈਂਦਾ ਹੈ। ਕਿਉਂਕਿ ਜੋ ਸਮਾਜ ਵਿਗਿਆਨ ਹੈ, ਸਮਾਜ ਵਿਗਿਆਨੀ ਇਹ ਸਮਝੇਗਾ ਕਿ ਇੱਕ ਵਿਅਕਤੀ ਸਮਾਜ ਦੇ ਵਿੱਚ ਕਿਸ ਢੰਗ ਨਾਲ ਵਿਚਰ ਰਿਹਾ ਹੈ, ਸਮਾਜਿਕ ਸੰਬੰਧ ਕਿਸ ਢੰਗ ਦੇ ਬਣਾ ਰਿਹਾ ਹੈ। ਲੇਕਿਨ ਜੇ ਇੱਕ ਮਨੋਵਿਗਿਆਨੀ ਹੈ, ਉਹ ਸਮਝੇਗਾ ਕਿ ਇੱਕ ਵਿਅਕਤੀ ਦੇ ਦਿਮਾਗ ਦੇ ਅੰਦਰ, ਉਸ ਦੇ ਸਿਰ ਦੇ ਅੰਦਰ, ਅੰਦਰੂਨੀ ਦਿਮਾਗ ਦੇ ਅੰਦਰ ਕੀ ਚੱਲ ਰਿਹਾ ਹੈ, ਜਿਸ ਦਾ ਪ੍ਰਭਾਵ ਉਸਦੇ ਸੰਬੰਧਾਂ ਉੱਤੇ ਵੀ ਪਏਗਾ। ਇਸ ਲਈ ਇੱਕ ਵਿਅਕਤੀ ਦੇ ਦਿਮਾਗ ਉੱਤੇ ਜਾਂ ਉਸਦੇ ਮਨੋਵਿਗਿਆਨ ਉੱਤੇ ਸਮਝਣ ਦੇ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਉਸ ਵਿਅਕਤੀ ਦੇ ਸਮਾਜਿਕ ਸੰਬੰਧਾਂ ਨੂੰ ਸਮਝਿਆ ਜਾ ਸਕੇ। ਇਸ ਢੰਗ ਦੇ ਨਾਲ ਇਹ ਕਿਹਾ ਜਾ ਸਕਦਾ ਹੈ ਕਿ ਸਮਾਜ ਵਿਗਿਆਨ ਦਾ ਮਨੋਵਿਗਿਆਨ ਦੇ ਨਾਲ ਬਹੁਤ ਹੀ ਡੂੰਘਾ ਸੰਬੰਧ ਹੈ। ਤੇ ਜੇਕਰ ਅਸੀਂ ਇਹਨਾਂ ਦੋ ਵਿਗਿਆਨਾਂ ਨੂੰ ਜੋੜਦੇ ਹਾਂ ਤਾਂ ਇੱਕ ਸ਼ਬਦ ਨਿਕਲ ਕੇ ਆਉਂਦਾ ਹੈ, ਉਹ ਹੈ ਸਮਾਜਿਕ ਮਨੋਵਿਗਿਆਨ, ਸੋਸ਼ਲ ਸਾਈਕੋਲੋਜੀ। ਸਮਾਜ ਵਿਗਿਆਨ ਨੂੰ ਅਤੇ ਮਨੋਵਿਗਿਆਨ ਨੂੰ ਜੋੜਨ ਨਾਲ ਸਮਾਜਿਕ ਮਨੋਵਿਗਿਆਨ ਸ਼ਬਦ ਨਿਕਲ ਕੇ ਆਉਂਦਾ ਹੈ। ਸੋ ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਇੱਕ ਵਿਅਕਤੀ ਦਾ ਵਿਵਹਾਰ ਦਾ ਵੀ ਨੂੰ ਵੀ ਜੱਜ ਉਸਦਾ ਅਧਿਐਨ ਕੀਤਾ ਜਾ ਰਿਹਾ ਹੈ, ਨਾਲ ਨਾਲ ਵਿਅਕਤੀਆਂ ਦੇ ਸੰਬੰਧਾਂ ਬਾਰੇ ਵੀ ਗਿਆਨ ਦਿੱਤਾ ਜਾਂਦਾ ਹੈ। ਕਿਉਂਕਿ ਜੋ ਸਮਾਜ ਵਿਗਿਆਨ ਹੈ ਅਤੇ ਮਨੋਵਿਗਿਆਨ ਦੋਨੋਂ ਹੀ ਆਪਸ ਦੇ ਵਿੱਚ ਕੀ ਹੈ, ਉਹਨਾਂ ਦਾ ਗਹਿਰਾ ਸੰਬੰਧ ਪਾਇਆ ਜਾਂਦਾ ਹੈ। ਇਹ ਦੋਵੇਂ ਹੀ ਵਿਗਿਆਨ ਮਨੁੱਖ ਦੇ ਵਿਵਹਾਰ ਦਾ ਅਧਿਐਨ ਕਰਦੇ ਹਨ ਕਿ ਇੱਕ ਵਿਅਕਤੀ ਵਿਵਹਾਰ ਕਿਸ ਢੰਗ ਨਾਲ ਕਰ ਰਿਹਾ ਹੈ ਸਮਾਜ ਦੇ ਵਿੱਚ। ਜਿਵੇਂ ਕ੍ਰੈਚਫੀਲਡ ਨੇ ਇੱਕ ਪੁਸਤਕ ਲਿਖੀ ਸੀ ਜਿਸ ਦਾ ਨਾਮ ਸੀ ਸੋਸ਼ਲ ਸਾਈਕੋਲੋਜੀ। ਉਸ ਦੇ ਵਿੱਚ ਵੀ ਇਹੀ ਦੱਸਿਆ ਹੈ ਕਿ ਸਮਾਜਿਕ ਮਨੋਵਿਗਿਆਨ ਕੀ ਹੈ, ਸਮਾਜ ਵਿੱਚ ਵਿਅਕਤੀਆਂ ਦੇ ਵਿਵਹਾਰ ਦਾ ਅਧਿਐਨ ਕਰਦਾ। ਇੱਕ ਵਿਅਕਤੀ ਦਾ ਵਿਵਹਾਰ ਸਮਾਜ ਦੇ ਵਿੱਚ ਕਿਸ ਢੰਗ ਦਾ ਹੈ, ਉਸ ਦਾ ਅਧਿਐਨ ਮਨੋਵਿਗਿਆਨ ਦੇ ਵਿੱਚ ਕੀਤਾ ਜਾਂਦਾ ਹੈ। ਇਸ ਕਰਕੇ ਜਿਵੇਂ ਸੋਸ਼ਲ ਸਾਈਕੋਲੋਜੀ ਦੀ ਜੇ ਗੱਲ ਕਰੀਏ, ਸਮਾਜਿਕ ਮਨੋਵਿਗਿਆਨ ਦੀ ਗੱਲ ਕਰੀਏ, ਤਾਂ ਸਮਾਜ ਦੇ ਵਿੱਚ ਇੱਕ ਵਿਅਕਤੀਗਤ ਵਿਵਹਾਰ ਦਾ ਅਧਿਐਨ ਕਰਨਾ ਹੀ ਸਮਾਜਿਕ ਮਨੋਵਿਗਿਆਨ ਅਖਵਾਉਂਦਾ ਹੈ। ਸੋ ਸ਼ੈਰਿਫ
ਦੇ ਅਨੁਸਾਰ ਕੀ ਹੈ, ਸਮਾਜਿਕ ਮਨੋਵਿਗਿਆਨ ਉਹ ਕੀ ਹੈ, ਵਿਅਕਤੀ ਦੇ ਸਮਾਜਿਕ ਆਕਰਸ਼ਣ ਦੀ ਸਥਿਤੀ ਵਿੱਚ ਪਾਏ ਗਏ ਸੰਬੰਧਾਂ ਦਾ ਵਿਗਿਆਨਿਕ ਅਧਿਐਨ ਕਰਦਾ ਹੈ। ਇਸ ਕਰਕੇ ਜੋ ਸਾਈਕੋਲੋਜੀ ਹੈ, ਮਨੋਵਿਗਿਆਨ ਹੈ, ਉਸਦਾ ਕਾਫੀ ਹੱਦ ਤੱਕ ਯੋਗਦਾਨ ਹੈ ਸਮਾਜ ਸ਼ਾਸਤਰ ਦੇ ਲਈ। ਜੇ ਇਹ ਕਹਿਣਾ ਬਿਲਕੁਲ ਇੱਥੇ ਗਲਤ ਨਹੀਂ ਹੋਏਗਾ ਕਿ ਸਮਾਜ ਵਿਗਿਆਨ ਜਾਂ ਸੋਸ਼ੀਓਲੋਜੀ ਸਾਰੇ ਹੀ ਵਿਗਿਆਨਾਂ ਤੋਂ ਸ਼੍ਰੇਸ਼ਠ ਹੈ, ਕਿਉਂਕਿ ਸਾਰੇ ਹੀ ਵਿਗਿਆਨ ਅਧੂਰੇ ਹਨ ਸਮਾਜ ਵਿਗਿਆਨ ਤੋਂ ਬਿਨਾਂ। ਜੇ ਕੁਝ ਸਟੱਡੀ ਕਰਨੀ ਹੈ, ਕੁਝ ਅਧਿਐਨ ਕਰਨਾ ਹੈ ਸਮਾਜ ਦੇ ਕਿਸੇ ਵੀ ਪਹਿਲੂ ਦਾ, ਤੇ ਉਸਦੇ ਲਈ ਸਮਾਜ ਵਿਗਿਆਨ ਦਾ ਸਹਾਰਾ ਲੈਣਾ ਬਹੁਤ ਹੀ ਜ਼ਰੂਰੀ ਅਤੇ ਲਾਭਦਾਇਕ ਹੋ ਜਾਂਦਾ ਹੈ। ਸੋ ਸਮਾਜ ਵਿਗਿਆਨ ਕੀ ਹੈ, ਇਸ ਦੇ ਵਿੱਚ ਅਸੀਂ ਸਮਾਜਿਕ ਸੰਬੰਧਾਂ ਦਾ ਅਧਿਐਨ ਕਰਦੇ ਹਾਂ ਅਤੇ ਸਮਾਜਿਕ ਸੰਬੰਧਾਂ ਨੂੰ ਸਮਝਣ ਦੇ ਲਈ ਵਿਅਕਤੀ ਦਾ ਜੋ ਵਿਵਹਾਰ ਹੈ ਉਸ ਨੂੰ ਸਮਝਣਾ ਵੀ ਬਹੁਤ ਜ਼ਰੂਰੀ ਹੈ, ਕਿਉਂਕਿ ਮਨੁੱਖ ਦੀਆਂ ਮਾਨਸਿਕ ਜ਼ਰੂਰਤਾਂ, ਸਰੀਰਿਕ ਲੋੜਾਂ ਜਿਹੜੀਆਂ ਹੁੰਦੀਆਂ ਉਹ ਕੀ ਹੈ, ਵਿਅਕਤੀ ਦੇ ਨਾਲ ਸੰਬੰਧਾਂ ਨੂੰ ਪ੍ਰਭਾਵਿਤ ਕਰਦੀਆਂ। ਇਸ ਲਈ ਜੋ ਇੱਕ ਫਿਜ਼ੀਕਲ ਨੀਡਸ ਹੈ ਜਾਂ ਜੋ ਸਾਈਕੋਲੋਜੀਕਲ ਨੀਡਸ ਹੈ ਉਸ ਨੂੰ ਸਮਝਣ ਦੇ ਲਈ ਸਮਾਜਿਕ ਮਨੋਵਿਗਿਆਨ ਦੀ ਜ਼ਰੂਰਤ ਪੈਂਦੀ ਹੈ, ਜਦ ਆਪਾਂ ਸਮਾਜ ਵਿਗਿਆਨ ਨੂੰ ਮਨੋਵਿਗਿਆਨ ਦੇ ਨਾਲ ਜੋੜ ਦਿੰਦੇ ਹਾਂ। ਸੋ ਸਮਾਜਿਕ ਮਨੋਵਿਗਿਆਨ ਇੱਕ ਏਜੰਸੀ ਦੇ ਵਾਂਗ ਹੈ, ਜਿਸ ਦਾ ਪ੍ਰਭਾਵ ਲੋਕਾਂ ਉੱਤੇ ਪੈ ਰਿਹਾ ਹੈ, ਅਧਿਐਨ ਹੋ ਰਿਹਾ ਹੈ। ਇੱਕ ਦੂਜੇ ਦੇ ਨਾਲ, ਇੱਕ ਜੋ ਵਿਅਕਤੀ ਹੈ ਉਹ ਆਪਣੇ ਸਮੂਹ ਦੇ ਨਾਲ ਉਸਦਾ ਕੀ ਸੰਬੰਧ ਹੈ, ਇੱਕ ਵਿਅਕਤੀ ਦਾ ਦੂਸਰੇ ਵਿਅਕਤੀ ਨਾਲ, ਇੱਕ ਵਿਅਕਤੀ ਦਾ ਪੂਰੇ ਸਮੂਹ ਦੇ ਨਾਲ, ਅਤੇ ਇੱਕ ਸਮੂਹ ਦਾ ਦੂਜੇ ਸਮੂਹ ਦੇ ਨਾਲ ਕਿਸ ਢੰਗ ਦਾ ਸੰਬੰਧ ਹੈ, ਉਹ ਸਮਾਜਿਕ ਮਨੋਵਿਗਿਆਨ ਦੇ ਅਧੀਨ ਰਹਿ ਕੇ ਹੀ ਸਮਝਿਆ ਜਾਏਗਾ। ਇਸ ਦਾ ਅਰਥ ਇਹ ਹੈ ਕਿ ਜੇ ਸਮਾਜ ਸ਼ਾਸਤਰ ਨੂੰ ਮਨੋਵਿਗਿਆਨ ਦੇ ਨਾਲ ਜੋੜ ਦਿੱਤਾ ਜਾਏਗਾ ਤਾਂ ਹਰ ਇੱਕ ਪਹਿਲੂ ਨੂੰ ਸਮਝਣਾ ਸੌਖਾ ਹੋ ਜਾਏਗਾ। ਸਮਾਜਿਕ ਮਨੋਵਿਗਿਆਨ ਸਮਾਜ ਸ਼ਾਸਤਰ ਅਤੇ ਮਨੋਵਿਗਿਆਨ ਵਿਚਕਾਰ ਇੱਕ ਕੜੀ ਹੈ। ਇਹ ਉਸ ਢੰਗ ਦੀ ਇੱਕ ਕੜੀ ਹੈ, ਇੱਕ ਲਿੰਕ ਬਣਿਆ ਹੋਇਆ ਹੈ, ਜਿਸ ਨਾਲ ਕੀ ਹੈ, ਸਮਾਜ ਦੀਆਂ ਹਰ ਇੱਕ ਪਰੇਸ਼ਾਨੀਆਂ, ਹਰ ਇੱਕ ਸਮੱਸਿਆਵਾਂ ਬਾਰੇ ਸਮਝਿਆ ਜਾ ਸਕਦਾ ਹੈ। ਹੁਣ ਉਦਾਹਰਨ ਦੇ ਤੌਰ ਤੇ ਦੇਖਿਆ ਜਾਵੇ, ਜੋ ਸਮਾਜ ਸ਼ਾਸਤਰ ਹੈ ਉਸ ਦੇ ਵਿੱਚ ਅਸੀਂ ਇਸ ਦਾ ਅਧਿਐਨ ਕਰਦੇ ਹਾਂ ਕਿ ਅਮੀਰ ਅਤੇ ਗਰੀਬ ਵਿਅਕਤੀਆਂ ਦੇ ਵਿੱਚ ਕੀ ਹੈ, ਜੋ ਖੁਦਕੁਸ਼ੀ ਹੈ, ਸੁਸਾਈਡ ਰੇਟ ਹੈ, ਖੁਦਕੁਸ਼ੀ ਦਾ ਦਰ ਹੈ, ਉਹ ਕਿਵੇਂ ਅਤੇ ਕਿਉਂ ਹੈ। ਅਤੇ ਮਨੋਵਿਗਿਆਨ ਦੇ ਵਿੱਚ ਇਸ ਗੱਲ ਦਾ ਅਧਿਐਨ ਕੀਤਾ ਜਾਵੇਗਾ ਕਿ ਕਿਹੜੀ ਚੀਜ਼ ਲੋਕਾਂ ਨੂੰ ਖੁਦਕੁਸ਼ੀ ਕਰਨ ਦੇ ਵਿੱਚ ਪ੍ਰੇਰਿਤ ਕਰਦੀ ਹੈ। ਹੁਣ ਇਹ ਚੀਜ਼ ਮੈਂ ਇੱਥੇ ਜ਼ਰੂਰ ਦੁਹਰਾਉਣਾ ਚਾਹੁੰਦੀ ਹਾਂ ਕਿ ਜੇ ਕੋਈ ਮਨੋਵਿਗਿਆਨੀ ਹੈ ਤਾਂ ਉਹ ਸਮਾਜ ਦੇ ਵਿੱਚ ਆ ਕੇ ਅਧਿਐਨ ਕਰੇਗਾ ਕਿ ਉਹ ਕਿਹੜੀ ਚੀਜ਼ ਹੈ ਜਿਸ ਨੇ ਇੱਕ ਵਿਅਕਤੀ ਨੂੰ ਆਤਮ ਹੱਤਿਆ ਜਾਂ ਖੁਦਕੁਸ਼ੀ ਕਰਨ ਲਈ ਪ੍ਰੇਰਿਤ ਕੀਤਾ। ਅਤੇ ਜੋ ਸਮਾਜ ਸ਼ਾਸਤਰ ਹੈ ਉਸ ਦੇ ਵਿੱਚ ਇਹ ਦੇਖਿਆ ਜਾਏਗਾ ਕਿ ਜੋ ਖੁਦਕੁਸ਼ੀ ਦਾ ਦਰ ਜਾਂ ਆਤਮ ਹੱਤਿਆ ਦਾ ਦਰ ਹੈ ਉਹ ਅਮੀਰਾਂ ਦੇ ਵਿੱਚ ਵੱਧ ਹੈ ਜਾਂ ਗਰੀਬਾਂ ਦੇ ਵਿੱਚ, ਜਾਂ ਉਹ ਸ਼ਹਿਰੀ ਸਮਾਜ ਦੇ ਵਿੱਚ ਵੱਧ ਦੇਖਣ ਨੂੰ ਮਿਲਦਾ ਹੈ ਜਾਂ ਪੇਂਡੂ ਸਮਾਜ ਦੇ ਵਿੱਚ ਜਾਂ ਕਬਾਇਲੀ ਸਮਾਜ ਦੇ ਵਿੱਚ। ਸੋ ਇਸ ਢੰਗ ਦੇ ਨਾਲ ਇਹ ਕਹਿ ਸਕਦੇ ਹਾਂ ਕਿ ਮਨੋਵਿਗਿਆਨ ਅਤੇ ਜੋ ਸਮਾਜ ਸ਼ਾਸਤਰ ਹੈ ਉਸਦਾ ਬਹੁਤ ਹੀ ਡੂੰਘਾ ਸੰਬੰਧ ਹੈ। ਸੋ ਮਨੋਵਿਗਿਆਨ ਕੀ ਹੈ, ਮਨੁੱਖ ਦੀਆਂ ਇਹਨਾਂ ਸਾਰੀਆਂ ਮਾਨਸਿਕ ਕਿਰਿਆਵਾਂ, ਵਿਚਾਰਾਂ, ਇਹਨਾਂ ਸਾਰਿਆਂ ਦਾ ਕੀ ਹੈ, ਅਧਿਐਨ ਕਰਦਾ ਹੈ ਅਤੇ ਸਮਾਜ ਵਿੱਚ ਹੋਣ ਵਾਲੇ ਜਿਹੜੇ ਪਰਿਵਰਤਨ ਹੈ ਉਹਨਾਂ ਨੂੰ ਸਮਝਣ ਦੇ ਲਈ ਮਨੋਵਿਗਿਆਨਿਕ ਆਧਾਰ ਬਹੁਤ ਹੀ ਮਹੱਤਵਪੂਰਨ ਹੁੰਦਾ ਹੈ। ਇਹ ਚੀਜ਼ ਦੁਬਾਰਾ ਦੁਹਰਾਉਣਾ ਚਾਹੁੰਦੀ ਹਾਂ ਮੈਂ ਕਿ ਸਮਾਜ ਵਿੱਚ ਹੋਣ ਵਾਲੇ ਸਾਰੇ ਹੀ ਪਰਿਵਰਤਨਾਂ ਨੂੰ ਸਮਝਣ ਦੇ ਲਈ ਮਨੋਵਿਗਿਆਨਿਕ ਜੋ ਆਧਾਰ ਹੈ ਉਹ ਬਹੁਤ ਹੀ ਮਹੱਤਵਪੂਰਨ ਹੈ, ਬਹੁਤ ਹੀ ਜ਼ਰੂਰੀ ਹੈ। ਅਤੇ ਸਮਾਜ ਨੂੰ ਸਮਝਣ ਦੇ ਲਈ ਵਿਅਕਤੀਆਂ ਦੇ ਵਿਵਹਾਰ ਨੂੰ ਸਮਝਣਾ ਵੀ ਉਨਾ ਹੀ ਜ਼ਰੂਰੀ ਹੈ ਕਿ ਜੇ ਇੱਕ ਵਿਅਕਤੀ ਸਮਾਜ ਦੇ ਵਿੱਚ ਰਹਿ ਕੇ ਜੇ ਦੂਸਰੇ ਨਾਲ ਜਿਸ ਢੰਗ ਦਾ ਵਿਵਹਾਰ ਕਰ ਰਿਹਾ ਹੈ, ਭਾਵੇਂ ਉਹ ਸਕਾਰਾਤਮਕ ਹੈ ਜਾਂ ਨਕਾਰਾਤਮਕ, ਉਸ ਸਾਰੀ ਚੀਜ਼ ਨੂੰ ਸਮਝਣ ਦੇ ਲਈ ਮਨੋਵਿਗਿਆਨ ਨੂੰ ਸਮਾਜ ਵਿਗਿਆਨ ਦੇ ਨਾਲ ਜੁੜਨਾ ਹੀ ਪਏਗਾ। ਇਸੇ ਢੰਗ ਦੇ ਨਾਲ ਕੀ ਹੈ, ਇਹ ਜੋ ਵਿਸ਼ਾ ਹੈ ਇਹ ਸਹੀ ਦਿਸ਼ਾ ਦੇ ਵਿੱਚ ਅੱਗੇ ਚੱਲ ਸਕਦਾ ਹੈ। ਇਸ ਕਰਕੇ ਅਖੀਰ ਦੇ ਵਿੱਚ ਮਨੋਵਿਗਿਆਨ ਅਤੇ ਸਮਾਜ ਵਿਗਿਆਨ ਦਾ ਜੋ ਸੰਬੰਧ ਹੈ ਉਸ ਨੂੰ ਕਹਾਂਗੇ ਕਿ ਹਾਂ ਇਹ ਗੂੜਾ ਸੰਬੰਧ ਹੈ। ਦੋਨੋਂ ਹੀ ਜੋ ਵਿਗਿਆਨ ਹੈ ਇਹ ਇੱਕ ਦੂਜੇ ਤੋਂ ਅਧੂਰੇ ਹਨ। ਸੋ ਦੋਨੋਂ ਵਿਗਿਆਨ ਇੱਕ ਦੂਜੇ ਉੱਤੇ ਕੀ ਹੈ, ਅੰਤਰ ਨਿਰਭਰ ਕਰਦੇ ਵੀ ਕਰਦੇ ਹਨ, ਬਲਕਿ ਇੱਕ ਦੂਜੇ ਦੇ ਪੂਰਕ ਵੀ ਹੁੰਦੇ ਹਨ। ਦੋਵੇਂ ਹੀ ਇੱਕ ਦੂਜੇ ਦੇ ਖੇਤਰ ਦੇ ਵਿੱਚ ਰਹਿ ਕੇ ਕੰਮ ਕਰਦੇ ਹਨ। ਇਸ ਤਰ੍ਹਾਂ ਮਨੋਵਿਗਿਆਨ ਨੂੰ ਮਨੁੱਖ ਦੀਆਂ ਮਾਨਸਿਕ ਪ੍ਰਕਿਰਿਆਵਾਂ ਦੀ ਜੋ ਅਸਲੀਅਤ ਹੈ ਉਸ ਨੂੰ ਸਮਝਣ ਦੀ,
ਸਮਝਣ ਦੇ ਵਾਸਤੇ ਮਨੋਵਿਗਿਆਨ ਦੀ ਜ਼ਰੂਰਤ ਪਏਗੀ ਅਤੇ ਸਮਾਜ ਵਿਗਿਆਨ ਦੇ ਉੱਤੇ ਮਨੋਵਿਗਿਆਨ ਨਿਰਭਰ ਹੋ ਕੇ ਉਸਦੇ ਉੱਤੇ ਡਿਪੈਂਡ ਹੋ ਕੇ ਸਮਾਜ ਦੇ ਵਿੱਚ ਲੋਕਾਂ ਦਾ ਅਧਿਐਨ ਕਰਦੇ ਹਨ। ਉਸੇ ਤਰ੍ਹਾਂ ਕੀ ਹੈ, ਸਮਾਜਿਕ ਵਿਵਹਾਰ, ਸੰਬੰਧਾਂ, ਅੰਤਰਕਿਰਿਆਵਾਂ ਜਾਂ ਗਤੀਵਿਧੀਆਂ ਬਾਰੇ ਸਹੀ ਗਿਆਨ ਪ੍ਰਾਪਤ ਕਰਨ ਦੇ ਲਈ ਸਮਾਜ ਵਿਗਿਆਨੀ ਨੂੰ ਕੀ ਹੈ, ਮਨੋਵਿਗਿਆਨਿਕ ਢੰਗ ਦੇ ਨਾਲ ਸਮਾਜ ਦੇ ਵਿੱਚ ਵਿਚਰਨਾ ਪਏਗਾ, ਸਮਾਜ ਵਿਗਿਆਨ ਦੇ ਉੱਤੇ ਨਿਰਭਰ ਹੋਣਾ ਪਏਗਾ। ਸੋ ਇਹੀ ਇਸ ਦਾ ਇੱਕ ਰਿਸ਼ਤਾ ਹੈ। ਹੁਣ ਅੱਗੇ ਚੱਲਾਂਗੇ ਦੂਸਰੇ ਸੰਬੰਧ ਬਾਰੇ, ਸਮਾਜ ਵਿਗਿਆਨ ਦਾ ਇਤਿਹਾਸ ਦੇ ਨਾਲ ਸੰਬੰਧ, ਹਿਸਟਰੀ ਦੇ ਨਾਲ ਸੰਬੰਧ। ਹੁਣ ਦੇਖੋ, ਇਹ ਦੇਖਣ ਨੂੰ ਮਿਲਦਾ ਹੈ ਕਿ ਜਦੋਂ ਸਮਾਜ ਵਿਗਿਆਨ ਦਾ ਅਧਿਐਨ ਕਰਦੇ ਹਾਂ ਤਾਂ ਉਸਨੂੰ ਕੀ ਹੈ, ਹੋਰ ਵਿਗਿਆਨਾਂ ਦੇ ਨਾਲ ਜ਼ਰੂਰ ਜੋੜ ਦਿੱਤਾ ਜਾਂਦਾ ਹੈ। ਵਿਗਿਆਨਾਂ ਦੇ ਵਿਸ਼ੇ ਖੇਤਰ ਦਾ ਅਧਿਐਨ ਵੀ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ, ਜਿਸ ਤੋਂ ਸਮਾਜ ਦੇ ਵਿੱਚ ਲੋਕਾਂ ਦਾ ਜੋ ਹੈ, ਉਹਨਾਂ ਦੀ ਸਥਿਤੀ, ਉਹਨਾਂ ਦਾ ਕੀ ਰੁਤਬਾ ਹੈ, ਕਿਸ ਢੰਗ ਨਾਲ ਉਹ ਆਪਣੀ ਆਰਥਿਕ ਜ਼ਰੂਰਤਾਂ ਪੂਰੀਆਂ ਕਰ ਰਹੇ ਹਨ। ਸੋ ਇਹ ਸਾਰੀਆਂ ਚੀਜ਼ਾਂ ਨੂੰ ਸਮਝਣ ਦੇ ਲਈ ਹਰ ਇੱਕ ਵਿਗਿਆਨ ਨੂੰ ਸਮਾਜ ਵਿਗਿਆਨ ਦੇ ਨਾਲ ਸੰਬੰਧ ਜੋੜਨਾ ਹੀ ਪੈਂਦਾ ਹੈ, ਕਿਉਂਕਿ ਸਮਾਜ ਵਿਗਿਆਨ ਤੋਂ ਬਿਨਾਂ ਕੋਈ ਵੀ ਇਤਿਹਾਸ ਦੇ ਵਿੱਚ ਜੇ ਕੋਈ ਰਿਸਰਚ ਕਰਨੀ ਹੈ, ਕੋਈ ਵੀ ਫਾਈਂਡ ਆਊਟ ਕੁਝ ਵੀ ਕਰਨਾ ਹੈ ਤਾਂ ਉਹ ਅਧੂਰਾ ਹੋ ਜਾਂਦਾ ਹੈ। ਜਿਵੇਂ ਸਮਾਜਿਕ ਪ੍ਰਕਿਰਿਆਵਾਂ ਹੈ, ਸਮਾਜਿਕ ਸੰਬੰਧ, ਸੰਸਥਾਵਾਂ, ਸਮੂਹ ਦਾ ਅਧਿਐਨ ਸਿਰਫ ਸਮਾਜ ਸ਼ਾਸਤਰ ਹੀ ਕਰਦਾ ਹੈ, ਸਿਰਫ ਸਮਾਜ ਵਿਗਿਆਨ ਹੀ ਇਹ ਸਾਰੀਆਂ ਚੀਜ਼ਾਂ ਦਾ ਅਧਿਐਨ ਕਰਦਾ ਹੈ। ਇਸ ਲਈ ਇਹ ਇੱਥੇ ਕਹਿਣਾ ਬਹੁਤ ਜ਼ਰੂਰੀ, ਬਹੁਤ ਮਹੱਤਵਪੂਰਨ ਹੋ ਜਾਂਦਾ ਹੈ ਕਿ ਭਾਵੇਂ ਮਨੋਵਿਗਿਆਨ ਹੈ, ਮਾਨਵ ਵਿਗਿਆਨ, ਅਰਥ ਸ਼ਾਸਤਰ ਹੈ ਜਾਂ ਇਤਿਹਾਸ ਵਿਸ਼ਾ ਹੈ, ਹਰ ਇੱਕ ਵਿਸ਼ੇ ਨੂੰ ਸਮਾਜ ਵਿਗਿਆਨ ਦੇ ਨਾਲ ਜੁੜਨਾ ਹੀ ਪੈਂਦਾ ਹੈ। ਸੋ ਇਸ ਦਾ ਕੀ ਹੈ, ਵਿਸ਼ਾ ਵਸਤੂ ਆਪਣਾ ਹੀ ਹੁੰਦਾ ਹੈ ਸਮਾਜ ਵਿਗਿਆਨ ਦਾ, ਅਤੇ ਹਰ ਕੋਈ ਸਮਾਜ ਵਿਗਿਆਨ ਸਮਾਜ ਦੇ ਉਹਨਾਂ ਹਿੱਸਿਆਂ ਦਾ ਅਧਿਐਨ ਨਹੀਂ ਕਰਦਾ ਜਿਨ੍ਹਾਂ ਦਾ ਸਮਾਜ ਵਿਗਿਆਨ ਕਰਦਾ ਹੈ। ਭਾਵੇਂ ਕੋਈ ਵੀ ਸਮਾਜ ਸ਼ਾਸਤਰ ਦੀ ਗੱਲ, ਕੋਈ ਵੀ ਸਾਇੰਸ ਦੀ ਗੱਲ ਕਰ ਲਈਏ, ਭਾਵੇਂ ਉਹ ਇਤਿਹਾਸ ਹੈ, ਮਨੋਵਿਗਿਆਨ, ਮਾਨਵ ਵਿਗਿਆਨ, ਅਰਥ ਸ਼ਾਸਤਰ ਹੈ, ਸੋ ਉਹ ਸਾਰੇ ਉਸ ਹਿੱਸੇ ਦਾ ਅਧਿਐਨ ਨਹੀਂ ਕਰਨਗੇ ਜਿਸ ਦਾ ਅਧਿਐਨ ਸਮਾਜ ਵਿਗਿਆਨ ਕਰੇਗਾ। ਸੋ ਅਸੀਂ ਇਹ ਕਹਿ ਸਕਦੇ ਹਾਂ ਕਿ ਇਹ ਸਹੀ ਹੈ ਕਿ ਸਮਾਜ ਸ਼ਾਸਤਰ ਆਪਣਾ ਅਧਿਐਨ ਲਈ ਹੋਰ ਸਮਾਜ ਵਿਗਿਆਨੀਆਂ ਦੀ ਮਦਦ ਜ਼ਰੂਰ ਲੈਂਦਾ ਹੈ। ਸਮਾਜ ਸ਼ਾਸਤਰ ਆਪਣੇ ਅਧਿਐਨ ਕਰਨ ਲਈ, ਸਮਾਜ ਦੇ ਲੋਕਾਂ ਦਾ ਅਧਿਐਨ ਕਰਨ ਲਈ ਹੋਰ ਸਮਾਜ ਵਿਗਿਆਨਾਂ ਦਾ, ਜਿਵੇਂ ਇਤਿਹਾਸ ਹੋ ਗਿਆ ਜਾਂ ਮਨੋਵਿਗਿਆਨ ਹੋ ਗਿਆ, ਉਹਨਾਂ ਦਾ ਸਹਾਰਾ ਜਾਂ ਉਹਨਾਂ ਦੀ ਮਦਦ ਜ਼ਰੂਰ ਲੈਂਦਾ ਹੈ, ਪਰ ਉਹ ਹੋਰ ਸਮਾਜਿਕ ਵਿਗਿਆਨ ਨੂੰ ਵੀ ਮਦਦ ਪ੍ਰਦਾਨ ਕਰਦਾ ਹੈ। ਜੋ ਸਮਾਜ ਵਿਗਿਆਨ ਹੈ ਇਹ ਵੱਖ-ਵੱਖ ਸਮਾਜ ਸ਼ਾਸਤਰਾਂ ਨੂੰ, ਭਾਵੇਂ ਉਹ ਇਤਿਹਾਸ, ਮਨੋਵਿਗਿਆਨ, ਮਾਨਵ ਵਿਗਿਆਨ, ਅਰਥ ਸ਼ਾਸਤਰ ਹੈ, ਸਾਰਿਆਂ ਨੂੰ ਹੀ ਮਦਦ ਦਿੰਦਾ ਹੈ। ਸੋ ਜੇਕਰ ਕਿਸੇ ਵੀ ਸਮਾਜਿਕ ਸਮੱਸਿਆ ਦਾ ਹੱਲ ਲੱਭਣਾ ਹੋਵੇ ਤਾਂ ਕਿਸੇ ਵੀ ਸਮਾਜਿਕ ਵਿਗਿਆਨ ਲਈ ਇਕੱਲਾ ਹੱਲ ਨਹੀਂ ਲੱਭਿਆ ਜਾ ਸਕਦਾ। ਬਹੁਤ ਮੁਸ਼ਕਿਲ ਹੋ ਜਾਂਦਾ ਜੇ ਇੱਕ ਵਿਗਿਆਨ ਇਕੱਲਾ ਹੀ ਕਿਸੇ ਸਮੱਸਿਆ ਦਾ ਹੱਲ ਲੱਭਣ ਲੱਗ ਜਾਵੇ, ਲੇਕਿਨ ਜੇ ਦੂਜਿਆਂ ਦੀ ਮਦਦ ਦੇ ਨਾਲ ਉਹ ਸਮੱਸਿਆ ਦਾ ਹੱਲ ਲੱਭਿਆ ਜਾ ਸਕਦਾ ਹੈ ਤਾਂ ਉਹ ਬਹੁਤ ਹੀ ਸੁਖਾਲਾ ਹੋ ਜਾਂਦਾ ਹੈ। ਉਸਨੂੰ ਹੋਰ ਸਮਾਜਿਕ ਵਿਗਿਆਨਾਂ ਦੀ ਮਦਦ ਲੈਣੀ ਜ਼ਰੂਰ ਪੈਂਦੀ ਹੈ। ਸਮਾਜ ਵਿਗਿਆਨ ਨੂੰ ਹੋਰ ਸਮਾਜਿਕ ਜਿਹੜੇ ਸ਼ਾਸਤਰ ਹੈ, ਵਿਗਿਆਨ ਹੈ, ਉਹਨਾਂ ਦੀ ਮਦਦ ਲੈਣੀ ਪੈਂਦੀ ਹੈ, ਅਤੇ ਇਹ ਸਭ ਵਿਗਿਆਨ ਇੱਕ ਦੂਜੇ ਨਾਲ ਸੰਬੰਧਿਤ ਵੀ ਹਨ ਅਤੇ ਇੱਕ ਦੂਜੇ ਤੋਂ ਵੱਖਰੇ ਵੀ ਹਨ, ਭਾਵੇਂ ਉਹ ਇਤਿਹਾਸ ਹੈ, ਮਨੋਵਿਗਿਆਨ ਜਾਂ ਮਾਨਵ ਵਿਗਿਆਨ। ਸੋ ਇੱਥੇ ਗੱਲ ਕਰਾਂਗੇ ਸਮਾਜ ਵਿਗਿਆਨ ਅਤੇ ਇਤਿਹਾਸ ਦੀ। ਇਤਿਹਾਸ ਦੇਖੋ ਇਸ ਢੰਗ ਦਾ ਵਿਸ਼ਾ ਹੈ ਜਿਸ ਦੇ ਵਿੱਚ ਪਤਾ ਲੱਗਦਾ ਹੈ ਕਿ ਸਮਾਜ ਦੇ ਵਿੱਚ, ਪੁਰਾਤਨ ਜ਼ਮਾਨੇ ਦੇ ਵਿੱਚ, ਪ੍ਰਾਚੀਨ ਸਮਾਜ ਦੇ ਵਿੱਚ ਕਿਸ ਢੰਗ ਦੇ ਲੜਾਈਆਂ ਹੋਈਆਂ ਹਨ, ਯੁੱਧ ਹੋਏ ਹੈ ਜਾਂ ਘਟਨਾਵਾਂ ਵਾਪਰੀਆਂ ਹਨ, ਕੌਣ ਜੇਤੂ ਰਿਹਾ, ਕੌਣ ਹਾਰਿਆ ਹੈ, ਜਾਂ ਕਿਹੜੇ ਦੋ ਰਾਜਿਆਂ, ਮੁਗਲਾਂ ਦੇ ਵਿਚਕਾਰ ਯੁੱਧ ਹੋਇਆ ਹੈ। ਸੋ ਲੇਕਿਨ ਜੋ ਸਮਾਜ ਵਿਗਿਆਨ ਹੈ ਉਹ ਇਸ ਚੀਜ਼ ਦਾ ਅਧਿਐਨ ਕਰਦਾ ਹੈ ਕਿ ਜਦ ਸਮੇਂ ਜਾਂ ਜਿਹੜੇ ਸਮੇਂ ਕੋਈ ਯੁੱਧ ਹੋਇਆ, ਕੋਈ ਮਹਾਮਾਰੀ ਫੈਲੀ ਹੈ, ਇਤਿਹਾਸ ਦੀ ਕੋਈ ਵੀ ਏਦਾਂ ਦੀ ਘਟਨਾ ਹੈ, ਸੋ ਉੱਥੇ ਵਿਅਕਤੀਆਂ ਦਾ ਜੋ ਸਮਾਜਿਕ ਪੱਧਰ ਉੱਤੇ ਉਹਨਾਂ ਦਾ ਜੀਵਨ ਸੀ ਉਹ ਕਿਸ ਢੰਗ ਦਾ ਸੀ, ਕਿਸ ਢੰਗ ਦੀਆਂ ਮੁਸ਼ਕਿਲਾਂ, ਕਿਸ ਢੰਗ ਦੀਆਂ ਸਮੱਸਿਆਵਾਂ, ਵਿਅਕਤੀ ਉਹ ਸਮੱਸਿਆਵਾਂ ਉਹਨਾਂ ਦੇ ਜੀਵਨ ਦੇ ਉੱਤੇ ਕਿਸ ਢੰਗ ਦਾ ਪ੍ਰਭਾਵ ਪਾ ਰਹੀਆਂ ਸੀ। ਸੋ ਇਸ ਕਰਕੇ ਸਮਾਜ ਵਿਗਿਆਨ ਅਤੇ ਇਤਿਹਾਸ ਬਾਰੇ ਪੜਾਂਗੇ। ਜੋ ਸਮਾਜ ਸ਼ਾਸਤਰ ਹੈ ਉਹ ਮਨੁੱਖੀ ਸਮਾਜ ਅਤੇ ਮਨੁੱਖੀ ਸਮਾਜ ਦੀ ਬਣਤਰ ਕਿਸ ਢੰਗ ਦੀ ਹੈ, ਸਮਾਜਿਕ ਢਾਂਚਾ ਕਿਸ ਢੰਗ ਦਾ ਹੈ, ਉਸ ਦਾ ਅਧਿਐਨ ਕਰਦਾ ਹੈ। ਅਤੇ ਇਤਿਹਾਸ
ਮਨੁੱਖੀ ਸਮਾਜਾਂ ਦਾ ਅਧਿਐਨ ਕਰਦਾ ਹੈ। ਸਮਾਜਾਂ ਦੇ ਵਿੱਚ ਅੰਤਰ ਅਤੇ ਤਬਦੀਲੀਆਂ ਜੋ ਵਾਪਰਦੀਆਂ ਹਨ, ਉਸ ਦਾ ਅਧਿਐਨ ਇਤਿਹਾਸ ਵਿਸ਼ਾ ਕਰਦਾ ਹੈ, ਜੋ ਇੱਕ ਵਿਗਿਆਨ ਵੀ ਹੈ ਆਪਣੇ ਆਪ ਦੇ ਵਿੱਚ। ਸੋ ਇਹ ਦੋਵੇਂ ਵਿਗਿਆਨ ਸਮਾਜ ਅਤੇ ਮਨੁੱਖੀ ਵਿਵਹਾਰ ਨਾਲ ਸੰਬੰਧਿਤ ਹਨ। ਭਾਵੇਂ ਉਹ ਸਮਾਜ ਵਿਗਿਆਨ ਹੈ, ਭਾਵੇਂ ਇਤਿਹਾਸ ਹੋਵੇ, ਇਹ ਦੋਨੋਂ ਹੀ ਵਿਗਿਆਨ ਸਮਾਜ ਅਤੇ ਮਨੁੱਖੀ ਵਿਵਹਾਰ ਨਾਲ ਸੰਬੰਧਿਤ ਹਨ। ਕਿਉਂਕਿ ਜਦ ਇੱਕ ਵਿਅਕਤੀ ਦਾ ਜਨਮ ਹੁੰਦਾ ਹੈ, ਬੱਚੇ ਦਾ ਜਨਮ ਹੁੰਦਾ ਹੈ, ਉਹ ਸਮਾਜ ਦਾ ਹਿੱਸਾ ਬਣਦਾ ਹੈ। ਸਮਾਜ ਦਾ ਹਿੱਸਾ ਬਣ ਕੇ ਉਹ ਵੱਖ-ਵੱਖ ਲੋਕਾਂ ਨਾਲ ਅੰਤਰ-ਕਿਰਿਆਵਾਂ ਕਰ ਰਿਹਾ ਹੈ, ਗਤੀਵਿਧੀਆਂ ਕਰਦਾ ਹੈ ਤੇ ਲੋਕਾਂ ਨਾਲ ਸੰਪਰਕ ਦੇ ਵਿੱਚ ਵੀ ਆਉਂਦਾ ਹੈ, ਮਨੁੱਖਾਂ ਨਾਲ ਸੰਪਰਕ ਵਿੱਚ ਆਉਂਦਾ ਹੈ ਤੇ ਹੌਲੀ-ਹੌਲੀ ਮਨੁੱਖੀ ਵਿਵਹਾਰ ਕਰਨਾ ਸ਼ੁਰੂ ਕਰ ਦਿੰਦਾ ਹੈ। ਸੋ दोनों ही जो विज्ञान है, भावें वो समाज विज्ञान है या इतिहास, ये दोनों ही समाज का भी अध्ययन करते हैं ਅਤੇ ਮਨੁੱਖੀ ਵਿਵਹਾਰ ਦਾ ਵੀ ਅਧਿਐਨ ਕਰਦੇ हैं। ਸੋ ਇਸ ਚੀਜ਼ ਤੋਂ ਇਹ ਸਮਝਿਆ ਜਾ ਸਕਦਾ ਹੈ ਕਿ ਇਤਿਹਾਸ ਅਤੇ ਸਮਾਜ ਵਿਗਿਆਨ ਦੋਨੋਂ ਹੀ ਇੱਕ ਦੂਜੇ ਨਾਲ ਜੁੜੇ ਹੋਏ ਹੁੰਦੇ ਹਨ ਅਤੇ ਇਹਨਾਂ ਦੇ ਵਿੱਚ ਗੂੜਾ ਸੰਬੰਧ ਵੀ ਪਾਇਆ ਜਾਂਦਾ ਹੈ। ਸੋ ਇਤਿਹਾਸ ਕੋਈ ਵਿਗਿਆਨ ਨਹੀਂ, ਸਗੋਂ ਇਤਿਹਾਸਿਕ ਤੱਥਾਂ ਨੂੰ ਇਕੱਠਾ ਕਰਨ ਦੀ ਵਿਗਿਆਨਿਕ ਤਕਨੀਕ ਹੈ। ਸੋ ਜੇ ਆਪਾਂ ਇਤਿਹਾਸ ਨੂੰ ਦੇਖੀਏ ਤਾਂ ਇਹ ਇੱਕ ਤਰ੍ਹਾਂ ਦਾ ਵਿਗਿਆਨ ਨਾ ਹੋ ਕੇ ਇੱਕ ਇਤਿਹਾਸਿਕ ਤੱਥ ਨੂੰ ਇਕੱਠਾ ਕਰਨ ਦਾ ਇੱਕ ਉੱਦਾਂ ਦੀ ਤਕਨੀਕ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਕੋਈ ਵੀ ਘਟਨਾ ਕਿਸ ਸੰਨ ਦੇ ਵਿੱਚ, ਕਦ, ਕਿਸ ਹਾਲਾਤਾਂ ਦੇ ਵਿੱਚ ਕਿਵੇਂ ਹੋਈ। ਸੋ ਇਤਿਹਾਸਕਾਰ ਕੀ ਹੈ, ਇਸ ਗੱਲ ਨਾਲ ਨਜਿੱਠਦੇ ਹਨ ਕਿ ਅਤੀਤ ਵਿੱਚ ਕਿਸ ਖਾਸ ਜਾਂ ਕਿਸੇ ਖਾਸ ਸਮੇਂ ਤੇ ਕੀ ਚੀਜ਼ ਵਾਪਰੀ ਹੈ। ਜਿਵੇਂ ਪੁਰਾਤਨ ਸਮੇਂ ਦੇ ਵਿੱਚ ਕਈ ਤਰ੍ਹਾਂ ਦੇ ਯੁੱਧ, ਕਈ ਤਰ੍ਹਾਂ ਦੀਆਂ ਮਹਾਮਾਰੀਆਂ ਫੈਲੀਆਂ, ਕਈ ਇੱਦਾਂ ਦੀਆਂ ਘਟਨਾਵਾਂ ਹੋਈਆਂ ਜਿਸ ਤੋਂ ਇਤਿਹਾਸ ਦੇ ਨਾਲ ਹੀ ਇਹ ਪਤਾ ਲੱਗ ਸਕਦਾ ਹੈ। ਲੇਕਿਨ ਜਦ ਇਤਿਹਾਸ ਨੂੰ ਆਪਾਂ ਸਮਾਜ ਵਿਗਿਆਨ ਦੇ ਨਾਲ ਜੋੜ ਦਿੰਦੇ ਹਾਂ ਤਾਂ ਇਹ ਚੀਜ਼ ਪਤਾ ਲੱਗ ਜਾਂਦੀ ਹੈ ਕਿ ਕੋਈ ਚੀਜ਼, ਕੋਈ ਘਟਨਾ ਜੋ ਸਮਾਜ ਦੇ ਵਿੱਚ ਵਾਪਰੀ ਹੈ, ਉਹ ਕਦ ਵਾਪਰੀ ਅਤੇ ਉਸ ਦਾ ਪ੍ਰਭਾਵ ਲੋਕਾਂ ਦੀ ਜ਼ਿੰਦਗੀ ਦੇ ਉੱਤੇ ਕਿਸ ਢੰਗ ਦੇ ਨਾਲ ਪਿਆ। ਇਸੇ ਕਰਕੇ ਇਹਨਾਂ ਦੋਨਾਂ ਵਿਗਿਆਨ, ਇਹ ਜੋ ਵਿਗਿਆਨ ਹਨ, ਇਹ ਸਮੁੱਚੇ ਸਮਾਜਾਂ ਅਤੇ ਘਟਨਾਵਾਂ ਨਾਲ ਸੰਬੰਧਿਤ ਰੱਖਦੇ ਹਨ। ਇਹ ਦੋਵੇਂ ਵਿਗਿਆਨ ਹੀ ਇੱਕ ਦੂਜੇ ਦੇ ਨੇੜੇ ਵੀ ਹਨ, ਭਾਵੇਂ ਉਹ ਸਮਾਜਿਕ ਵਿਗਿਆਨ ਹੈ ਜਾਂ ਇਤਿਹਾਸ ਹੈ, ਅਤੇ ਅੰਤਰ ਦੀ ਤੁਲਨਾ ਕਰਨਾ ਆਸਾਨ ਵੀ ਹੋ ਜਾਂਦਾ ਹੈ। ਕੀ ਅੰਤਰ ਹੈ, ਉਸ ਦੀ ਲੋੜ ਕਿਉਂ ਪਈ ਸਮਾਜ ਨੂੰ ਸਮਝਣ ਦੇ ਲਈ, ਅਤੀਤ ਦੇ ਵਿੱਚ ਕਿਹੜੇ ਤੱਤ ਇਸਤੇਮਾਲ ਕੀਤੇ ਗਏ। ਸੋ ਇਹ ਸਭ ਕੁਝ ਸਮਝਣਾ ਕੀ ਹੈ, ਸੁਖਾਲਾ ਹੋ ਜਾਂਦਾ ਹੈ ਜੇ ਸਮਾਜ ਵਿਗਿਆਨ ਦਾ ਸੰਬੰਧ ਇਤਿਹਾਸ ਨਾਲ ਹੋਏਗਾ ਤੇ ਇਹ ਦੋਨੋਂ ਇੱਕ ਵਿਸ਼ਾ ਬਣ ਕੇ ਅੱਗੇ ਚੱਲਣਗੇ। ਉਦਾਹਰਨ ਦੇ ਤੌਰ ਤੇ ਜਿਵੇਂ ਯੁੱਧ ਦੇ ਦੌਰਾਨ ਇਤਿਹਾਸਿਕ ਯੁੱਧ ਹੋਇਆ ਤਾਂ ਸਮਾਜ ਦੇ ਨਾਲ ਇਹ ਸਾਰੀਆਂ ਚੀਜ਼ਾਂ ਸੰਬੰਧਿਤ ਹੁੰਦੀਆਂ, ਲੋਕਾਂ ਦੇ ਜੀਵਨ ਤੇ ਜੰਗ ਦੇ ਪ੍ਰਭਾਵ ਨਾਲ ਕਿਵੇਂ ਲੋਕਾਂ ਦਾ ਜੀਵਨ ਪ੍ਰਭਾਵਿਤ ਹੋਇਆ ਤੇ ਲੋਕਾਂ ਨੇ ਕਿਵੇਂ ਇਹ ਸਾਰੀ ਚੀਜ਼ਾਂ ਨੂੰ ਨਜਿੱਠਿਆ। ਸੋ ਸਮਾਜ ਵਿਗਿਆਨ ਅਤੇ ਇਤਿਹਾਸ ਦੇ ਸੰਬੰਧ ਦੇ ਵਿੱਚ ਇਹ ਚੀਜ਼ ਵੀ ਇੱਥੇ ਜ਼ਰੂਰ ਕਹਿਣੀ ਬਣਦੀ ਹੈ ਕਿ ਸਮਾਜ ਨੂੰ ਸਮਝਣ ਦੇ ਲਈ ਸਾਨੂੰ ਪੁਰਾਤਨ ਸਮੇਂ ਦੇ ਵਿੱਚ ਉਸਦੀ ਉਤਪਤੀ ਕਿਵੇਂ ਹੋਈ, ਸਮਾਜ ਦੀ, ਉਸਦੇ ਵਿੱਚ ਕਿਵੇਂ ਹਰ ਇੱਕ ਸਮਾਜ ਦੇ ਹਰ ਇੱਕ ਪਹਿਲੂ ਨੂੰ ਸਮਝਣ ਵਾਸਤੇ ਉਹਦੀ ਲੋੜ ਹੈ ਕਿ ਕਿਵੇਂ ਇੱਕ ਸੁਸਾਇਟੀ ਦਾ ਓਰੀਜਨ ਹੋਇਆ, ਕਿਵੇਂ ਲੋਕਾਂ ਦਾ ਜਨਮ ਕਿਵੇਂ ਹੋਇਆ, ਮਨੁੱਖੀ ਜੀਵਨ ਦੀ ਉਤਪਤੀ, ਉਹਦਾ ਵਿਕਾਸ, ਢੰਗ ਕੀ ਸੀ ਲੋਕਾਂ ਦੇ ਜੀਵਨ ਜੀਣ ਦਾ। ਸੋ ਸਭ ਕੁਝ ਅਤੀਤ ਦਾ ਹਿੱਸਾ ਹੋ ਜਾਂਦਾ ਹੈ। ਜੋ ਕੁਝ ਵੀ ਹੁਣ ਤੱਕ ਵਾਪਰਿਆ ਹੈ ਉਹ ਸਭ ਕੁਝ ਅਤੀਤ ਹੋ ਗਿਆ ਹੈ ਤੇ ਇਹ ਸਿਰਫ ਇਤਿਹਾਸ ਦੇ ਕਾਰਨ ਹੀ, ਇਤਿਹਾਸ ਦੇ ਨਾਲ ਹੀ ਸਮਝਿਆ ਜਾ ਸਕਦਾ ਹੈ, ਪੜ੍ਹਿਆ ਜਾ ਸਕਦਾ ਹੈ ਜਾਂ ਅਧਿਐਨ ਕੀਤਾ ਜਾ ਸਕਦਾ ਹੈ। ਜੇ ਇਤਿਹਾਸ ਨਾ ਹੋਵੇ ਤਾਂ ਸਮਾਜਿਕ ਜੀਵਨ ਦੇ ਵਿੱਚ ਜੋ ਚੀਜ਼ਾਂ ਹੁਣ ਵਾਪਰ ਰਹੀਆਂ, ਸਿਰਫ ਉਸੇ ਚੀਜ਼ ਦਾ ਆਪਾਂ ਅਧਿਐਨ ਹੀ ਕਰ ਸਕਦੇ ਹਾਂ, ਨਾ ਕਿ ਪਿਛਲੀਆਂ ਚੀਜ਼ਾਂ ਦਾ, ਨਾ ਕਿ ਪੁਰਾਤਨ ਜ਼ਮਾਨੇ ਦਾ। ਸੋ ਜੇ ਆਪਾਂ ਹਰ ਇੱਕ ਜਗ੍ਹਾ ਦੇ ਉੱਤੇ ਦੇਖੋ ਸਮਾਜ ਵਿਗਿਆਨ ਦੀ ਗੱਲ ਹੁੰਦੀ ਹੈ ਤਾਂ ਆਪਾਂ ਉੱਥੇ ਪ੍ਰਾਚੀਨ ਸਮਾਜ ਦੀ ਗੱਲ ਕਰਦੇ ਹਾਂ, ਅੰਤਰ ਗੱਲ ਕਰਦੇ ਹਾਂ ਕਿ ਪਹਿਲਾਂ ਦਾ ਸਮਾਜ ਇਸ ਢੰਗ ਦਾ ਸੀ, ਹੁਣ ਦਾ ਸਮਾਜ ਇਸ ਢੰਗ ਦਾ ਹੈ। ਸੋ ਉਹ ਜੋ ਅੰਤਰ ਹੈ, ਉਹ ਅੰਤਰ ਤਾਂ ਹੀ ਦਰਸਾਇਆ ਜਾਏਗਾ, ਤਾਂ ਹੀ ਉਸ ਅੰਤਰ ਦਾ ਅਧਿਐਨ ਕੀਤਾ ਜਾਵੇਗਾ ਕਿ ਜੇ ਇਤਿਹਾਸ ਦੀ ਲੋੜ ਮਹਿਸੂਸ ਹੋਏਗੀ ਜਾਂ ਇਤਿਹਾਸ ਨੂੰ ਨਾਲ ਰੱਖ ਕੇ ਆਪਾਂ ਚੱਲਾਂਗੇ। ਜਾਂ ਸਰਲ ਸ਼ਬਦਾਂ ਦੇ ਵਿੱਚ ਇਹ ਕਹਿ ਸਕਦੇ ਹਾਂ ਕਿ ਜੇ ਇਤਿਹਾਸ ਹੈ ਤਾਂ ਹੀ ਆਪਾਂ ਹਰ ਇੱਕ ਵਿਅਕਤੀ ਪ੍ਰਾਚੀਨ ਸਮਾਜ ਦੇ ਵਿੱਚ, ਪੁਰਾਣੇ ਜ਼ਮਾਨੇ ਦੇ ਵਿੱਚ ਕੀ ਚੀਜ਼ ਸੀ, ਕਿਸ ਢੰਗ ਦੀ ਘਟਨਾ ਵਾਪਰੀ, ਲੋਕਾਂ ਦਾ ਰਹਿਣ ਸਹਿਣ ਕਿਸ ਢੰਗ ਦਾ ਸੀ, ਕੱਪੜੇ ਪਾਉਣ ਦਾ ਢੰਗ, ਕਿਸ ਤਰ੍ਹਾਂ ਦੀ ਸੰਸਕ੍ਰਿਤੀ ਸੱਭਿਆਚਾਰ ਨੂੰ ਫੋਲੋ ਕਰਦੇ ਸੀ,
ਇਹ ਸਾਰੀਆਂ ਚੀਜ਼ਾਂ ਤੇ ਹੁਣ ਆਉਣ ਵਾਲੀ ਜੇ ਹੁਣ ਜੋ ਸਦੀ ਚੱਲ ਰਹੀ ਹੈ 21ਵੀਂ ਸਦੀ ਜਿਵੇਂ ਆਪਾਂ ਕਹਿੰਦੇ ਆ ਆਧੁਨਿਕ ਸਮਾਜ ਦੀ ਸ਼ੁਰੂਆਤ ਆਧੁਨਿਕ ਸਮਾਜ ਦੀ ਸ਼ੁਰੂਆਤ ਹੋ ਗਈ ਹੈ। ਸੋ ਇਹ ਸਾਰੀਆਂ ਚੀਜ਼ਾਂ ਨੂੰ ਸਮਝਣ ਦੇ ਲਈ ਇਤਿਹਾਸ ਨੂੰ ਸਮਝਣਾ ਵੀ ਜ਼ਰੂਰੀ ਹੈ। ਸੋ ਲੋਕਾਂ ਦਾ ਜੀਵਨ ਕਿਸ ਢੰਗ ਦਾ ਹੈ, ਉਹਦੇ ਜੀਵਨ ਦੇ ਉੱਤੇ ਕੀ ਪ੍ਰਭਾਵ ਪਿਆ, ਕਿਸ ਢੰਗ ਦੀਆਂ ਸਮਾਜਿਕ ਹਾਲਾਤ ਕਿਸ ਢੰਗ ਦੇ ਸੀ। ਇਸ ਲਈ ਸਮਾਜਿਕ ਹਾਲਾਤਾਂ ਨੂੰ ਸਮਝਣ ਦੇ ਲਈ ਸਮਾਜ ਵਿਗਿਆਨੀ ਨੂੰ ਇਤਿਹਾਸ ਉੱਪਰ ਨਿਰਭਰ ਹੋਣਾ ਪੈਂਦਾ, ਜਿਸ ਕਰਕੇ ਸਮਾਜ ਸ਼ਾਸਤਰ ਵਿੱਚ ਕਈ ਨਵੀਆਂ ਸ਼ਾਖਾਵਾਂ ਸ਼ੁਰੂ ਹੋ ਗਈਆਂ, ਜਿਵੇਂ ਇਤਿਹਾਸਿਕ ਸਮਾਜ ਸ਼ਾਸਤਰ ਵਿਕਸਿਤ ਹੋਇਆ। ਜੇ ਇਤਿਹਾਸ ਨੂੰ ਸਮਾਜ ਵਿਗਿਆਨ ਸਮਾਜ ਸ਼ਾਸਤਰ ਨਾਲ ਜੋੜ ਦਿੱਤਾ ਜਾਵੇਗਾ ਤਾਂ ਇੱਕ ਨਵਾਂ ਸ਼ਬਦ ਉਤਪੰਨ ਹੋ ਕੇ ਆਉਂਦਾ ਹੈ, ਜਿਸ ਨੂੰ ਕਹਾਂਗੇ ਇਤਿਹਾਸਿਕ ਸਮਾਜ ਸ਼ਾਸਤਰ। ਸੋ ਇਤਿਹਾਸਿਕ ਸਮਾਜ ਸ਼ਾਸਤਰ ਵਿਕਸਿਤ ਹੋ ਜਾਏਗਾ। ਸੋ ਲੋਕਾਂ ਦੀਆਂ ਕੰਡੀਸ਼ਨਸ, ਉਦਾਹਰਨ ਦੇ ਤੌਰ ਤੇ ਕਹਾਂਗੇ ਕਿ ਜਿਵੇਂ ਜਿਵੇਂ ਪਹਿਲੀ ਵਰਲਡ ਵਾਰ ਹੋਈ ਹੈ, ਦੂਜਾ ਵਿਸ਼ਵ ਯੁੱਧ ਹੋਇਆ ਹੈ। ਸੋ ਇਹ ਸਾਰੀਆਂ ਚੀਜ਼ਾਂ ਕਿ ਕਿਹੜੇ ਲੋਕ, ਉਹਨਾਂ ਦੀ ਜ਼ਿੰਦਗੀ ਕਿਸ ਢੰਗ ਨਾਲ ਤਬਾਹ ਹੋਈ ਹੈ, ਕਿਹੜੇ ਸੰਨ ਦੇ ਵਿੱਚ ਪਹਿਲਾ ਵਿਸ਼ਵ ਯੁੱਧ ਹੋਇਆ, ਕਿਵੇਂ ਲੋਕਾਂ ਨੇ ਕਿਵੇਂ ਆਪਣਾ ਦੇਸ਼ ਛੱਡ ਕੇ ਦੂਜੀ ਜਗ੍ਹਾ ਤੇ ਗਏ, ਜਾਂ ਫਿਰ ਇੰਡੀਆ ਤੇ ਪਾਕਿਸਤਾਨ ਦਾ ਜਦ ਆਪਾਂ ਕਹਿੰਦੇ ਹਾਂ ਕਿ ਬਟਵਾਰਾ ਹੋਇਆ, ਉਹ ਸਾਰਾ ਕੀ ਹੈ ਅਤੀਤ ਦੇ ਵਿੱਚ ਹੁਣ ਹੋ ਚੁੱਕਿਆ। ਸੋ ਸਮਾਜ ਵਿਗਿਆਨ ਦੇ ਵਿੱਚ ਵਿਗਿਆਨ ਕੀ ਹੈ ਕਿ ਸਮਝਣਾ ਹੈ, ਅਧਿਐਨ ਕਰਨਾ ਹੈ ਸਮਾਜ ਬਾਰੇ, ਉਹ ਲੋਕਾਂ ਬਾਰੇ ਜੋ ਇਸ ਸਮਾਜ ਦਾ ਹਿੱਸਾ ਹਨ, ਉਹਨਾਂ ਦੀ ਪੱਛਮੀ ਸਮਾਜ ਬਾਰੇ, ਜਾਂ ਪੁਰਾਣੀਆਂ ਗੱਲਾਂ ਜਾਂ ਪੁਰਾਣੀ ਚੀਜ਼ਾਂ ਜੋ ਆਲਰੇਡੀ ਵਾਪਰ ਚੁੱਕਿਆ ਹੈ, ਇਤਿਹਾਸ ਜੋ ਹੋ ਚੁੱਕਿਆ ਹੈ। ਸੋ ਇਹ ਸਾਰੀਆਂ ਚੀਜ਼ਾਂ ਨੂੰ ਸਮਝਣ ਦੇ ਲਈ ਇਤਿਹਾਸ ਦਾ ਸਹਾਰਾ ਲੈਣਾ ਪੈਂਦਾ ਹੈ ਸਮਾਜ ਵਿਗਿਆਨੀ ਜਾਂ ਸਮਾਜ ਵਿਗਿਆਨ ਦੇ ਵਿਸ਼ੇ। ਇਸੇ ਢੰਗ ਦੇ ਨਾਲ ਇਹ ਕਹਿ ਸਕਦੇ ਹਾਂ ਕਿ ਇਹਨਾਂ ਦੋਨਾਂ ਜੋ ਵਿਗਿਆਨ ਹੈ, ਇਤਿਹਾਸ ਹੈ ਭਾਵੇਂ ਸਮਾਜ ਵਿਗਿਆਨ ਹੋਵੇ, ਇਹਨਾਂ ਦੋਹਾਂ ਦਾ ਬਹੁਤ ਹੀ ਡੂੰਘਾ ਸੰਬੰਧ ਹੈ, ਕਿਉਂਕਿ ਇਸ ਵਿੱਚ ਇਹ ਵੀ ਦੇਖਣ ਨੂੰ ਮਿਲਿਆ ਕਿ ਸਮਾਜ ਨੂੰ ਪੂਰੇ ਢੰਗ ਨਾਲ ਸਮਝਣ ਦੇ ਲਈ ਕੀ ਹੈ, ਵਿਅਕਤੀ ਦਾ ਜਨਮ ਕਿਵੇਂ ਹੋਇਆ, ਫਿਰ ਵਿਅਕਤੀ ਨੇ ਕਿਵੇਂ ਸਮਾਜ ਦੇ ਵਿੱਚ ਸਰਵਾਈਵ ਕਰਨਾ ਸ਼ੁਰੂ ਕੀਤਾ, ਕਿਵੇਂ ਉਸਦੀ ਉਤਪਤੀ ਹੋਈ, ਕਿਵੇਂ ਉਹਨੇ ਅੱਗੇ ਕੀ ਕਹਿ ਲਓ ਕਿ ਸਰਵਾਈਵ ਕਰਨਾ ਸ਼ੁਰੂ ਕੀਤਾ, ਨਾਲ ਦੀ ਨਾਲ ਉਹਨੇ ਕਿਵੇਂ ਆਪਣੀਆਂ ਲੋੜਾਂ, ਆਪਣੀਆਂ ਮੁੱਢਲੀਆਂ ਜ਼ਰੂਰਤਾਂ ਜਿਵੇਂ ਰੋਟੀ ਕੱਪੜਾ ਮਕਾਨ, ਇਹਨਾਂ ਨੂੰ ਪੂਰਾ ਕਰਨਾ ਸ਼ੁਰੂ ਕੀਤਾ। ਕਿਸ ਤਰ੍ਹਾਂ ਇੱਕ ਵਿਅਕਤੀ ਦੂਜੇ ਵਿਅਕਤੀਆਂ ਦੇ ਸੰਪਰਕ ਵਿੱਚ ਆਇਆ, ਇੱਕ ਵਿਅਕਤੀ ਕਿਵੇਂ ਇੱਕ ਸੰਸਥਾ ਦਾ ਨਿਰਮਾਣ ਕਰਦਾ ਹੈ, ਇੱਕ ਸਮੂਹ ਦਾ ਨਿਰਮਾਣ ਕਿਵੇਂ ਕਰਦਾ ਹੈ, ਪਰਿਵਾਰ ਦੇ ਵਿੱਚ ਕਿਸ ਤਰ੍ਹਾਂ ਆਪਣੀ ਭੂਮਿਕਾ ਨੂੰ ਨਿਭਾ ਰਿਹਾ ਹੈ, ਜਾਂ ਉਸ ਪਰਿਵਾਰ ਦੇ ਵਿੱਚ ਉਸ ਸਮੂਹ ਦੇ ਵਿੱਚ ਕਿਵੇਂ ਅੰਤਰ ਕਿਰਿਆਵਾਂ ਕਰਦਾ ਹੈ, ਇੱਕ ਮੈਂਬਰ ਬਣ ਕੇ, ਕਿਰਿਆਸ਼ੀਲ ਮੈਂਬਰ ਬਣ ਕੇ ਕਿਵੇਂ ਕੰਮ ਕਰ ਰਿਹਾ ਹੈ। ਸੋ ਇਹ ਸਾਰੀਆਂ ਚੀਜ਼ਾਂ ਦਾ ਤਾਂ ਹੀ ਅਧਿਐਨ ਕੀਤਾ ਜਾਏਗਾ ਜੇ ਸਮਾਜ ਵਿਗਿਆਨ ਇਤਿਹਾਸ ਦਾ ਸਹਾਰਾ ਲਏਗਾ। ਸੋ ਇਸੇ ਲਈ ਕੀ ਹੈ, ਅੱਜ ਦੇ ਵਰਤਮਾਨ ਸਮਾਜ ਨੂੰ ਸਮਝਣ ਦੇ ਲਈ ਇਤਿਹਾਸ ਦੀ ਲੋੜ ਜ਼ਰੂਰ ਪੈਂਦੀ ਹੈ। ਅੱਜ ਦਾ ਜੋ ਵਰਤਮਾਨ ਸਮਾਜ ਹੈ, ਜਿਵੇਂ 21ਵੀਂ ਸਦੀ ਹੈ, ਆਧੁਨਿਕ ਵਰਗ ਹੈ, ਆਧੁਨਿਕ ਸਮਾਜ ਹੈ, ਜਿਸ ਦੇ ਵਿੱਚ ਤਕਨੀਕਾਂ ਦਾ ਵੱਧ ਉਪਯੋਗ ਕੀਤਾ ਜਾਂਦਾ ਹੈ, ਉਤਪਾਦਨ ਵੱਧ ਹੈ। ਸੋ ਇਹ ਸਾਰੀਆਂ ਚੀਜ਼ਾਂ ਨੂੰ ਦੇਖਿਆ ਜਾਏਗਾ, ਤੁਲਨਾ ਕੀਤੀ ਜਾਏਗੀ ਪਿਛਲੇ ਸਮਾਜ ਦੀ ਵੀ, ਪਿਛਲੇ ਸਮਾਜ ਦੀ ਇਸ ਸਮਾਜ ਦੇ ਨਾਲ। ਜਦ ਤੱਕ ਤੁਲਨਾ ਨਹੀਂ ਕਰਾਂਗੇ ਤਦ ਤੱਕ ਆਪਾਂ ਅੰਤਰ ਨਹੀਂ ਪਤਾ ਕਰ ਸਕਦੇ। ਦੋ ਸਮਾਜਾਂ ਦੇ ਵਿੱਚ, ਦੋ ਸਮਿਆਂ ਦੇ ਵਿੱਚ ਅੰਤਰ ਤਾਂ ਹੀ ਪਤਾ ਲੱਗ ਸਕੇਗਾ ਜੇ ਤੁਲਨਾ ਕਰਾਂਗੇ, ਔਰ ਉਹ ਤੁਲਨਾ ਕਿਸ ਢੰਗ ਨਾਲ ਹੋਏਗੀ, ਜਦੋਂ ਸਮਾਜ ਵਿਗਿਆਨ ਦੇ ਨਾਲ ਇਤਿਹਾਸ ਨੂੰ ਜੋੜ ਦਿੱਤਾ ਜਾਏਗਾ। ਸੋ ਅੰਤਰ ਦੀ ਤੁਲਨਾ ਕਰਨਾ ਆਸਾਨ ਹੋ ਜਾਏਗਾ। ਜੋ ਸਮਾਜ ਵਿਗਿਆਨੀ ਹੋਣਗੇ, ਅਦਾਰੇ ਹੋਣਗੇ, ਉਹ ਆਸਾਨੀ ਨਾਲ ਅੰਤਰ ਪਤਾ ਕਰ ਸਕਣਗੇ, ਔਰ ਅੰਤਰ ਦੀ ਲੋੜ ਹੈ ਕਿ ਸਮਾਜ ਦੇ ਵਿੱਚ ਜੇ ਦੇਖਣਾ ਹੈ ਕਿ ਪਹਿਲਾਂ ਟੈਕਨੋਲੋਜੀ ਕਿਸ ਢੰਗ ਦੀ ਵਰਤੀ ਜਾਂਦੀ ਸੀ, ਜਿਵੇਂ ਉਦਾਹਰਨ ਦੇ ਤੌਰ ਤੇ ਜੇ ਖੇਤੀ ਕਰਦਾ ਸੀ ਇੱਕ ਕਿਸਾਨ, ਜਾਂ ਪੇਂਡੂ ਸਮਾਜ ਦੇ ਵਿੱਚ ਖੇਤੀ ਜੋ ਮੁੱਖ ਵਿਸ਼ਾ ਹੈ, ਮੁੱਖ ਪੇਸ਼ਾ ਹੈ, ਉਹ ਉਸਦੇ ਵਿੱਚ ਕਿਵੇਂ ਪਹਿਲਾਂ ਹਲਾਂ ਦੇ ਨਾਲ ਖੇਤੀ ਕੀਤੀ ਜਾਂਦੀ ਸੀ, ਬਲਦਾਂ ਨਾਲ ਕੀਤੀ ਜਾ ਰਹੀ ਸੀ, ਜ਼ਮੀਨ ਨੂੰ ਵਾਹਿਆ ਜਾਂਦਾ ਸੀ, ਜਾਂ ਬਹੁਤ ਛੋਟੇ ਛੋਟੇ ਔਜ਼ਾਰ ਹੱਥਾਂ ਨਾਲ ਬਣਾ ਕੇ ਕੀ ਹੈ ਤਿਆਰ ਕੀਤੇ ਜਾਂਦੇ ਸੀ ਪ੍ਰਾਚੀਨ ਸਮਾਜ ਦੇ ਵਿੱਚ। ਜਿਵੇਂ ਹੌਲੀ ਹੌਲੀ ਸਮਾਜ ਦਾ ਵਿਕਾਸ ਹੁੰਦਾ ਗਿਆ, ਲੋਕਾਂ ਦਾ ਵਿਕਾਸ ਹੁੰਦਾ ਗਿਆ, ਨਵੀਂ ਤਕਨੀਕਾਂ ਲੋਕਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ, ਆਪਣੇ ਜੀਵਨ ਦੇ ਵਿੱਚ ਸ਼ਾਮਿਲ ਕਰ ਲਈਆਂ। ਸੋ ਉਸ ਤੋਂ ਵੀ ਇਹ ਕਹਿ ਸਕਦੇ ਹਾਂ ਕਿ ਕਿਵੇਂ ਉਸ ਹਲ ਤੋਂ ਜਾਂ ਉਸ ਹੱਥ ਦੇ ਬਣਾਏ ਔਜ਼ਾਰ ਤੋਂ
एकदम ਮਸ਼ੀਨਰੀ ਦੇ ਵਿੱਚ ਕੀ ਹੈ, ਆਪਣਾ ਜੋ ਸਮਾਜ ਹੈ ਉਹ ਬਦਲ ਗਿਆ ਕਿ ਸਮਾਜ ਨੇ ਵੱਧ ਤੋਂ ਵੱਧ ਮਸ਼ੀਨਾਂ ਨੂੰ, ਵੱਧ ਤੋਂ ਵੱਧ ਤਕਨੀਕਾਂ ਨੂੰ ਯੂਜ਼ ਕਰਨਾ, ਉਹਨਾਂ ਦਾ ਪ੍ਰਯੋਗ ਕਰਨਾ ਸ਼ੁਰੂ ਕਰ ਦਿੱਤਾ। ਔਰ ਜਿੱਥੇ ਇੱਕ ਵਿਅਕਤੀ ਇਹ ਸਾਰੀਆਂ ਤਕਨੀਕਾਂ ਦਾ ਪ੍ਰਯੋਗ ਕਰਨਾ ਸ਼ੁਰੂ ਕਰ ਦੇਗਾ, ਉੱਥੇ ਆਪਾਂ ਇਹ ਕਹਿ ਸਕਦੇ ਹਾਂ ਕਿ ਜੋ ਆਪਣਾ ਸਮਾਜ ਹੈ ਉਹ ਆਧੁਨਿਕ ਬਣ ਗਿਆ। ਆਧੁਨਿਕ ਬਣਨ ਦੇ ਨਾਲ ਕੀ ਹੈ, ਸਮਾਜ ਦੇ ਵਿੱਚ ਤਰੱਕੀ ਹੋ ਗਈ ਹੈ, ਸਮਾਜ ਦਾ ਵਿਕਾਸ ਹੋ ਗਿਆ। ਤੇ ਜੋ ਵਿਕਾਸ ਕਿਸ ਢੰਗ ਦੇ ਨਾਲ ਹੋਇਆ, ਕਿਸ ਚੀਜ਼ ਨੂੰ ਆਪਾਂ ਵਿਕਾਸ ਦੇ ਅਧੀਨ ਲੈ ਕੇ ਜਾਵਾਂਗੇ, ਇਹ ਸਾਰਾ ਅੰਤਰ ਜਾਂ ਇਸ ਸਾਰੀ ਚੀਜ਼ਾਂ ਦੀ ਤੁਲਨਾ ਤਾਂ ਹੀ ਕੀਤੀ ਜਾਏਗੀ ਜੇ ਸਮਾਜ ਵਿਗਿਆਨ ਨੂੰ ਇਤਿਹਾਸ ਦੇ ਨਾਲ ਸ਼ਾਮਿਲ ਕਰ ਦਿੱਤਾ ਜਾਏਗਾ, ਜਾਂ ਸਮਾਜ ਵਿਗਿਆਨ ਦਾ ਜਦੋਂ ਇਤਿਹਾਸ ਦੀ ਸਹਾਇਤਾ ਦੇ ਨਾਲ ਸਮਾਜ ਦਾ ਅਧਿਐਨ ਕੀਤਾ ਜਾਏਗਾ। ਲੋਕ ਜਾਂ ਸਮਾਜ ਵਿਗਿਆਨੀ ਇਤਿਹਾਸ ਦੀ ਸਹਾਇਤਾ ਦੇ ਨਾਲ, ਇਤਿਹਾਸ ਦੀ ਮਦਦ ਦੇ ਨਾਲ ਲੋਕਾਂ ਦੇ ਵਿਚਕਾਰ ਵਿਚਰਨਗੇ। ਸਮਾਜ ਦੇ ਵਿੱਚ ਕੁਝ ਜੋ ਰਿਸਰਚ ਹੈ ਉਹ ਕੀਤੀ ਜਾਏਗੀ, ਇਨਫੋਰਮੇਸ਼ਨ ਇਕੱਠੀ ਕੀਤੀ ਜਾਏਗੀ, ਪਤਾ ਲੱਗੇਗਾ ਕਿ ਪ੍ਰਾਚੀਨ ਸਮਾਜ ਦੇ ਵਿੱਚ ਲੋਕਾਂ ਦਾ ਖਾਣਾ ਪੀਣਾ, ਰਹਿਣਾ, ਘਰ, ਉਹਨਾਂ ਦੀ ਜ਼ਿੰਦਗੀ ਜੀਣ ਦਾ ਤਰੀਕਾ ਇਸ ਢੰਗ ਦਾ ਸੀ। ਤੇ ਹੁਣ ਦੀ ਜ਼ਮਾਨਾ, ਹੁਣ ਜੋ 21ਵੀਂ ਸਦੀ ਹੈ, ਮਾਡਰਨ ਸੁਸਾਇਟੀ ਹੈ, ਤਕਨੀਕਾਂ ਦਾ ਲੋਕਾਂ ਦੀ ਜ਼ਿੰਦਗੀ ਉੱਤੇ ਪ੍ਰਭਾਵ ਪੈ ਗਿਆ ਹੈ। ਸੋ ਇਹ ਸਾਰੀਆਂ ਚੀਜ਼ਾਂ ਕਿਸ ਢੰਗ ਦੇ ਨਾਲ ਸਮਾਜ ਦੇ ਵਿੱਚ ਦੇਖਣ ਨੂੰ ਮਿਲਣਗੀਆਂ, ਉਹ ਤਾਂ ਹੀ ਹੋ ਸਕਦਾ ਹੈ ਜੇ ਸਮਾਜ ਵਿਗਿਆਨ ਅਤੇ ਇਤਿਹਾਸ ਦਾ ਸੰਬੰਧ ਗੂੜਾ ਹੋਏਗਾ। ਸੋ ਇਸ ਤੋਂ ਬਾਅਦ ਅੱਗੇ ਚੱਲਾਂਗੇ। ਜੋ ਤੀਸਰਾ ਵਿਸ਼ਾ ਹੈ ਇਸ ਦੇ ਵਿੱਚ, ਮਾਨਵ ਵਿਗਿਆਨ ਨਾਲ ਸਮਾਜ ਦਾ ਸੰਬੰਧ। ਸੋ ਮਾਨਵ ਵਿਗਿਆਨ ਕੀ ਹੈ? ਮਾਨਵ ਵਿਗਿਆਨ ਇੱਕ ਉਸ ਢੰਗ ਦਾ ਵਿਸ਼ਾ ਹੈ ਜਿਸ ਨੂੰ ਐਂਥਰੋਪੋਲੋਜੀ ਕਹਾਂਗੇ। ਸੋ ਮਾਨਵ ਵਿਗਿਆਨ, ਸਮਾਜ ਵਿਗਿਆਨ ਦੇ ਵਿੱਚ ਤਾਂ ਸਾਰੇ ਹੀ ਸਮਾਜ ਦਾ, ਕਿ ਵੱਧ ਤੋਂ ਵੱਧ ਗਿਣਤੀ ਵਿੱਚ ਲੋਕ ਸਮਾਜ ਦੇ ਵਿੱਚ ਸ਼ਾਮਿਲ ਹੋਣਗੇ, ਉਹ ਪੂਰੇ ਹੀ ਸਮਾਜ ਦਾ ਅਧਿਐਨ ਕੀਤਾ ਜਾਂਦਾ ਹੈ। ਲੇਕਿਨ ਮਾਨਵ ਵਿਗਿਆਨ ਦੇ ਵਿੱਚ ਇੱਕ ਮਨੁੱਖ ਦਾ, ਇੱਕ ਮਾਨਵ ਦਾ ਅਧਿਐਨ ਕੀਤਾ ਜਾਵੇਗਾ ਕਿ ਉਹ ਕਿਸ ਢੰਗ ਦੀਆਂ ਅੰਤਰ ਕਿਰਿਆਵਾਂ ਕਰ ਰਿਹਾ। ਸੋ ਐਂਥਰੋਪੋਲੋਜੀ ਦੀ ਗੱਲ ਕਰੀਏ ਤਾਂ ਆਪਾਂ ਕਹਾਂਗੇ ਕਿ ਦੋਹਾਂ ਦਾ ਸੰਬੰਧ, ਭਾਵੇਂ ਉਹ ਸਮਾਜ ਸ਼ਾਸਤਰ ਹੈ ਜਾਂ ਮਾਨਵ ਵਿਗਿਆਨ ਹੈ, ਦੋਨੋਂ ਵਿਗਿਆਨਾਂ ਦਾ ਸੰਬੰਧ ਬਹੁਤ ਹੀ ਗੂੜਾ ਅਤੇ ਡੂੰਘਾ ਹੈ। ਇਹਨਾਂ ਦੋਹਾਂ ਨੂੰ ਇੱਕ ਦੂਜੇ ਤੋਂ ਅਲੱਗ ਨਹੀਂ ਕੀਤਾ ਜਾ ਸਕਦਾ, ਕਿਉਂਕਿ ਮਾਨਵ ਵੀ ਇੱਕ ਮਨੁੱਖ ਹੈ ਜਿਸ ਦਾ ਸਮਾਜ ਦੇ ਵਿੱਚ ਅਧਿਐਨ ਕੀਤਾ ਜਾ ਰਿਹਾ ਹੈ। ਜਦ ਉਹ ਵਿਅਕਤੀ, ਜਦ ਉਹ ਮਨੁੱਖ, ਜਦ ਉਹ ਮਾਨਵ ਦੂਜੇ ਵਿਅਕਤੀਆਂ ਨਾਲ ਸੰਪਰਕ ਵਿੱਚ ਆਉਂਦਾ ਹੈ, ਸਮਾਜ ਦੇ ਸੰਪਰਕ ਵਿੱਚ ਆਉਂਦਾ ਹੈ, ਵੱਖ-ਵੱਖ ਸ਼੍ਰੇਣੀਆਂ ਦੇ ਵਿੱਚ ਜਾ ਰਿਹਾ ਹੈ, ਵੱਖ-ਵੱਖ ਸਥਿਤੀ ਦੇ ਉੱਤੇ ਆਪਣੀ ਭੂਮਿਕਾ ਨਿਭਾ ਰਿਹਾ ਹੈ, ਜਾਂ ਅਲੱਗ-ਅਲੱਗ ਸਮੂਹਾਂ ਦਾ ਹਿੱਸਾ ਬਣਦਾ ਹੈ, ਸਭਾਵਾਂ ਜਾਂ ਸੰਸਥਾਵਾਂ ਦਾ ਹਿੱਸਾ ਬਣਦਾ ਹੈ। ਸੋ ਉਸ ਚੀਜ਼ ਦੇ ਨਾਲ ਕੀ ਹੈ, ਸਮਾਜ ਦੇ ਵਿੱਚ ਇੱਕ ਵਿਅਕਤੀ ਦਾ ਅਧਿਐਨ ਕੀਤਾ ਜਾਂਦਾ। ਲੇਕਿਨ ਜੇ ਇਕੱਲੇ ਮਨੁੱਖ ਦਾ ਅਧਿਐਨ ਕੀਤਾ ਜਾਏਗਾ ਵਿਦਆਊਟ ਐਨੀ ਕੰਪੈਰੀਜ਼ਨ, ਉਹ ਮਾਨਵ ਵਿਗਿਆਨ ਹੋ ਜਾਏਗਾ। ਸੋ ਐਂਥਰੋਪੋਲੋਜੀ ਕੀ ਹੈ? ਦੋ ਸ਼ਬਦਾਂ ਤੋਂ ਮਿਲ ਕੇ ਬਣਿਆ। ਐਂਥਰੋਪੋਸ ਜਿਸ ਦਾ ਅਰਥ ਹੈ ਮਨੁੱਖ, ਅਤੇ ਲੋਗਸ ਜਿਸ ਦਾ ਅਰਥ ਹੈ ਅਧਿਐਨ। ਸੋ ਇੱਕ ਮਨੁੱਖ ਦਾ ਅਧਿਐਨ ਕਰਨਾ। ਮਾਨਵ ਵਿਗਿਆਨ ਕੀ ਹੈ? ਮਨੁੱਖ ਦਾ ਅਧਿਐਨ ਕਰਦਾ ਹੈ। ਇਸ ਵਿੱਚ ਸੱਭਿਆਚਾਰਕ ਅਤੇ ਸਮਾਜਿਕ ਦ੍ਰਿਸ਼ਟੀਕੋਣ ਦੇ ਆਧਾਰ ਤੇ ਮਨੁੱਖ ਦੀ ਉਤਪਤੀ ਅਤੇ ਵਿਕਾਸ ਦਾ ਅਧਿਐਨ ਸ਼ਾਮਿਲ ਹੈ। ਸੋ ਸਮਾਜਿਕ ਤੌਰ ਉੱਤੇ, ਸਮਾਜਿਕ ਦ੍ਰਿਸ਼ਟੀਕੋਣ ਜਾਂ ਸੱਭਿਆਚਾਰਕ ਸੰਸਕ੍ਰਿਤਿਕ ਦ੍ਰਿਸ਼ਟੀਕੋਣ ਤੇ ਕੀ ਹੈ, ਜਾਂ ਸੰਸਕ੍ਰਿਤੀ ਦੇ ਵੱਖ-ਵੱਖ ਭਾਗਾਂ ਬਾਰੇ ਗਿਆਨ ਦਿੱਤਾ ਜਾ ਰਿਹਾ ਹੈ। ਸਮਾਜ ਵਿੱਚ ਮਿਲਣ ਵਾਲੇ ਕਈ ਪ੍ਰਕਾਰ ਦੀਆਂ ਸੰਸਥਾਵਾਂ ਦਾ ਵੀ ਅਧਿਐਨ ਕੀਤਾ ਜਾ ਰਿਹਾ ਹੈ। ਸੋ ਇਹ ਸਾਰੀਆਂ ਚੀਜ਼ਾਂ ਕੀ ਹੈ, ਸਮਾਜ ਵਿਗਿਆਨ ਤੇ ਮਾਨਵ ਵਿਗਿਆਨ ਦੇ ਅਧੀਨ ਹੋਣਗੀਆਂ। ਸਮਾਜ ਵਿਗਿਆਨ ਕੀ ਹੈ? ਆਧੁਨਿਕ ਸਮਾਜ ਦਾ ਅਧਿਐਨ ਕਰਦਾ ਹੈ, ਅਤੇ ਸਮਾਜ ਵਿਗਿਆਨ ਵਿੱਚ ਸਮਾਜਿਕ ਸੰਬੰਧ, ਸਮਾਜਿਕ ਸੰਸਥਾਵਾਂ, ਸਮਾਜਿਕ ਸਮੂਹ, ਸਮਾਜਿਕ ਰੁਤਬਿਆਂ ਦੇ ਉੱਤੇ ਲੋਕ ਹੈ, ਜਾਂ ਸਮਾਜ ਕੀ ਹੈ? ਸਮਾਜ ਨੂੰ ਇੱਕ ਮਾਨਵ ਸੰਬੰਧਾਂ ਦਾ ਜਾਲ ਕਿਹਾ ਗਿਆ। ਸੋ ਹਰ ਇੱਕ ਵਿਅਕਤੀ, ਹਰ ਇੱਕ ਮਾਨਵ ਦੂਜੇ ਵਿਅਕਤੀਆਂ ਨਾਲ ਕਿਸ ਢੰਗ ਦੇ ਸੰਬੰਧ ਸਥਾਪਿਤ ਕਰਦਾ ਹੈ, ਉਸ ਚੀਜ਼ ਦਾ ਗਿਆਨ ਦਿੱਤਾ ਜਾਏਗਾ ਸਮਾਜ ਵਿਗਿਆਨ ਦੇ ਵਿੱਚ। ਤੇ ਮਾਨਵ ਵਿਗਿਆਨ ਦੇ ਵਿੱਚ ਸਿਰਫ ਇੱਕ ਮਨੁੱਖ ਦੀ ਗੱਲ ਹੋਏਗੀ। ਇਸੇ ਕਾਰਨ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਮਾਨਵ ਵਿਗਿਆਨ ਦੀ ਮਹੱਤਤਾ ਥੋੜੀ ਘਟ ਗਈ ਹੈ, ਕਿਉਂਕਿ ਉਸਨੂੰ ਸਮਾਜ ਵਿਗਿਆਨ ਨੇ ਟੇਕ ਓਵਰ ਕਰ ਲਿਆ। ਸਮਾਜ ਵਿਗਿਆਨ ਦੇ ਵਿੱਚ ਇੱਕ ਵਿਅਕਤੀ ਦਾ ਵੀ ਅਧਿਐਨ ਵੀ ਕੀਤਾ ਜਾ ਰਿਹਾ ਹੈ, ਉਹ ਦੂਜਿਆਂ ਨਾਲ ਕਿਸ ਢੰਗ ਦੇ ਸੰਬੰਧ ਬਣਾ ਰਿਹਾ ਹੈ, ਉਸ ਦਾ ਅਧਿਐਨ ਵੀ ਕੀਤਾ ਜਾਂਦਾ ਹੈ। ਉਹ ਵਿਅਕਤੀ ਸਮਾਜ ਦੇ ਵਿੱਚ ਕਿਵੇਂ ਵਿਚਰ ਰਿਹਾ ਹੈ, ਆਪਣੀਆਂ ਜ਼ਰੂਰਤਾਂ ਪੂਰੀਆਂ ਕਰਦਾ ਹੈ, ਵੱਖ-ਵੱਖ ਸਮੂਹਾਂ ਦਾ, ਵੱਖ-ਵੱਖ ਸੰਸਥਾਵਾਂ ਜਾਂ ਸਭਾਵਾਂ ਦਾ ਹਿੱਸਾ ਬਣਦਾ ਹੈ। ਸੋ ਇਸ ਕਰਕੇ ਇੱਥੇ ਇਹ ਕਹਿਣਾ ਬਣਦਾ ਹੈ ਕਿ ਸਾਰੇ ਹੀ ਸਮਾਜ ਦਾ ਅਧਿਐਨ ਕਰਨਾ ਸਮਾਜ ਵਿਗਿਆਨ ਹੈ,
लेकिन एक मनुख का, देखो एंथ्रोपोस शब्द की है मनुख, ते लोगो शब्द अध्ययन करना, उस व्यक्ति का, उस मनुख का अध्ययन करना, उस मानव का अध्ययन करना मानव विज्ञान है। सो समाजिक समूह उन्हां दे विच अंतर अंतर जो संबंध पाए जाते हैं, ये सारे समाज विज्ञान दे विच आउंदे हैं। सो मानव विज्ञान दे विच अगे चलांगे। इस दे विच की है मनुख की उत्पत्ति, उसका विकास, उसका अध्ययन शामिल है। सो इस दे विच सभ्याचारक अते समाजिक दृष्टिकोण के आधार ते मनुख का विकास किवें होया, वो व्यक्ति ने किस ढंग का समाज दे विच उसकी उन्नति हुई है, वो सारियां चीज़ां का अध्ययन शामिल किया जाता है। ते ब्रिटिश मानव विज्ञानी इसनूं समाजिक मानव विज्ञान कहते हैं। जिवें समाजिक इतिहास की गल हुई सी, समाजिक मनोविज्ञान की गल हुई सी, उसे ढंग दे नाल समाजिक मानव विज्ञान कहा जाता है, जो एक नवा विषय समझो बढ़ के आ रहा है। नवा विषय है मानव विज्ञान नूं जदों समाज दे नाल जोड़ दिता जाता है, समाज विज्ञान दे नाल जोड़ दिता जाता है, तद उसनूं समाजिक मानव विज्ञान कहते हैं। सो देखो ये देखांगे कि जो मानव विज्ञान है वो छोटे समाजां का अध्ययन करता है। छोटे समाज का अध्ययन करन दा इत्थे ये अर्थ है कि वो समाज जिस दे विच व्यक्तियां की गिनती घट है, सो उसका अध्ययन कौन करेगा? मानव विज्ञान। लेकिन इत्थे समाज विज्ञान का की काम हो जाता है, वो की अध्ययन करता है? छोटे समाजां का भी, वड्डियां का भी, आधुनिक समाज का, सधारण समाज या गुंझलदार समाज, सारे ही समाजां बारे समाज शास्त्र अध्ययन करता है। सो यही एक कारण रहा जिस करके मानव विज्ञान का जो महत्व है वो समाज दे विच घट गया है, क्योंकि ये सिर्फ छोटे समाजां दी जिथे व्यक्तियों की गिनती घट होएगी, बस उसे ढंग के समाजां का अध्ययन करता है। लेकिन समाज विज्ञान हर एक समाज का, भावें वो समाज छोटा है, वड्डा है, आधुनिक समाज है, साधारण समाज या सिंपल सोसाइटी जिन्होंने बोलते हैं, या एक कॉम्पलैक्स सोसाइटी है। कॉम्पलैक्स का अर्थ की है इत्थे गुंझलदार समाज। सो सारे समाजां का अध्ययन समाज शास्त्र करता है। इस तो बाद अगे चलांगे। मानव विज्ञान समाज शास्त्र के समान, दोनों ही विज्ञानों नूं इकट्ठा जोड़ दिता गया है। जिथे समाज विज्ञान के समाजिक संबंधां उन्हां दे समाजिक विज्ञान की गल हो रही है, जिथे समाजिक संबंधां उन्हां दे स्वरूप, संस्थावां, समूहां या प्रक्रियावां का अध्ययन किया जाता है, उत्थे मानव विज्ञान दे विच किस चीज़ का अध्ययन किया जाएगा? प्राचीन मनुख की उत्पत्ति किवें हुई, उसका विकास किवें होया, संस्कृति का अध्ययन किया जाएगा। वो प्राचीन मनुख की उत्पत्ति मानव विज्ञान दे विच, क्योंकि ये देखा जाएगा कि एक व्यक्ति, एक मनुख या एक मानव की शुरुआत किवें हुई है, किवें उत्पत्ति हुई, किवें उसका जन्म होया है, किवें वो समाज दे विच समाज के संपर्क विच आया है। सो एक व्यक्ति की गल होएगी मानव विज्ञान दे विच। लेकिन जिथे समाज शास्त्र की गल हुंदी है, उत्थे आपां हर एक कैटेगरी नूं, हर एक पहलू नूं जानन की कोशिश करांगे। ਇਹਦੇ उदाहरण वजों कि एक व्यक्ति का जन्म किवें होया, किवें वो समाज के संपर्क विच आया, किवें उस व्यक्ति ने ਵੱਖ-ਵੱਖ समूहां नूं अपनी जिंदगी का हिस्सा बनाया, अपनियां जरूरतां नूं पूरा करना शुरू किया, दूजियां दी मदद की कि दूजे व्यक्ति भी अपनी लोड़ां नूं पूरा कर सकन। किवें एक साधारण समाज तो गुंझलदार समाज वाल अपना समाज वधिया, किवें एक साधारण तकनीकां तो या बिना किसी टैक्नोलॉजी तो व्यक्तियां ने हुण आधुनिक समाज दे विच प्रवेश कर लिया। साधारण समाज इत्थे खाण पीण दे विच बहुत ही साधारणपन हुंदा सी, पहरावा बड़ा सादा सी, सादा ही खाना पीना, संस्कृति दे नाल धर्म नाल लोक वध जुड़े हुए सी। पर हुण की है? गुंझलदार समाज है, कॉम्पलैक्स सोसाइटी है, आधुनिक समाज है, उद्योगिक समाज है, इंडस्ट्रियल सोसाइटी है, जिथे लोकां ने पैसे की महत्ता वध कर दिती है ਅਤੇ समाजिक संबंधां नूं महत्ता घट देनी शुरू कर दी। सो इसके फलस्वरूप ये कह सकते हाँ कि समाज विज्ञान दे विच हर एक तरह के समाज की गल होएगी, भावें वह प्राचीन है, साधारण
गुंजलदार, आधुनिक समाज या उद्योगिक समाज ही क्यों ना हो। मानव विज्ञान समाज शास्त्र के समान है। तो समान क्योंकि एक मानव का अध्ययन भी समाज विज्ञान ਦੇ ਵਿੱਚ ਹੀ ਹੋ ਰਿਹਾ ਹੈ। ਸੋ ਜੋ ਮਾਨਵ ਵਿਗਿਆਨ ਹੈ ਉਹ ਸਮਾਜ ਦੇ ਸਾਰੇ ਪਹਿਲੂਆਂ ਦੇ ਵਿੱਚ ਅਧਿਐਨ ਕਰਦਾ ਹੈ ਕਿਉਂਕਿ ਸਮਾਜਾਂ ਦੀ ਆਬਾਦੀ ਘੱਟ ਹੁੰਦੀ ਹੈ। ਸਮਾਜ ਸ਼ਾਸਤਰ ਕੀ ਹੈ? ਸਮਾਜ ਦੇ ਵੱਖ-ਵੱਖ ਹਿੱਸਿਆਂ, ਸੰਸਥਾਵਾਂ ਤੇ ਸਮੂਹਾਂ ਦਾ ਅਧਿਐਨ ਕਰਦਾ। ਕਿਉਂਕਿ ਜੋ ਮਾਨਵ ਵਿਗਿਆਨ ਹੈ ਉਹ ਸਿਰਫ ਉਹਨਾਂ ਹੀ ਸਮਾਜਾਂ ਦਾ ਅਧਿਐਨ ਕਰੇਗਾ ਜਿੱਥੇ ਵਿਅਕਤੀਆਂ ਦੀ ਗਿਣਤੀ ਘੱਟ ਹੋਏਗੀ, where number of individuals are less। ਵਿਅਕਤੀਆਂ ਦੀ ਗਿਣਤੀ ਜਿੱਥੇ ਘੱਟ ਹੋਊਗੀ, ਜਿੱਥੇ ਜਨਸੰਖਿਆ ਘੱਟ ਹੋਊਗੀ ਲੋਕਾਂ ਦੀ, ਉਸ ਦਾ ਅਧਿਐਨ ਕਰੇਗਾ ਮਾਨਵ ਵਿਗਿਆਨ। ਅਤੇ ਜਿੱਥੇ ਵਿਅਕਤੀਆਂ ਦੀ ਗਿਣਤੀ ਭਾਵੇਂ ਘੱਟ ਹੋਵੇ ਭਾਵੇਂ ਵੱਧ ਹੈ, ਜਿਸ ਢੰਗ ਦੇ ਵੀ ਸੰਸਕ੍ਰਿਤੀ ਧਰਮ ਨਾਲ ਸੰਬੰਧਿਤ ਲੋਕ ਹਨ, ਸੰਸਥਾਵਾਂ ਦਾ ਹਿੱਸਾ ਬਣਦੇ ਹਨ, ਸਮੂਹਾਂ ਦਾ ਹਿੱਸਾ ਬਣਦੇ ਹਨ, ਸੋ ਇਹ ਸਾਰੇ ਵੱਖ-ਵੱਖ ਹਿੱਸਿਆਂ ਦਾ ਅਧਿਐਨ ਕੌਣ ਕਰੇਗਾ? ਸਮਾਜ ਸ਼ਾਸਤਰ ਜਾਂ ਸਮਾਜ ਵਿਗਿਆਨ। ਸੋ ਦੇਖੋ ਸਮਾਜ ਸ਼ਾਸਤਰ ਜਾਂ ਸਮਾਜ ਵਿਗਿਆਨ ਇਹਨਾਂ ਦੋਨਾਂ ਦਾ ਇੱਕ ਹੀ ਅਰਥ ਹੈ, ਇਹ ਸਮਾਨ ਹੀ ਹਨ। ਜਿਵੇਂ ਸੋਸ਼ੀਓਲੋਜੀ ਹੈ, ਸੋ ਸੋਸ਼ੀਓਲੋਜੀ ਤੇ ਐਂਥਰੋਪੋਲੋਜੀ ਦੇ ਵਿੱਚ ਇੱਕ ਅੰਤਰ ਆਪਾਂ ਇਹ ਬੋਲ ਸਕਦੇ ਹਾਂ। ਸੋ ਇਹੀ ਅੰਤਰ ਨੇ ਮਾਨਵ ਵਿਗਿਆਨ ਨੂੰ ਖਤਮ ਕਰ ਦਿੱਤਾ ਕਾਫੀ ਹੱਦ ਤੱਕ, ਕਿਉਂਕਿ ਮਾਨਵ ਵਿਗਿਆਨ ਦਾ ਇੱਕ ਮੁੱਖ ਕੰਮ ਤਾਂ ਕੀ ਹੈ ਕਿ ਸਿਰਫ ਛੋਟੇ ਸਮਾਜਾਂ ਦਾ ਹੀ ਅਧਿਐਨ ਕਰਨਾ ਹੈ। ਲੇਕਿਨ ਉਸਦੇ ਉਲਟ ਸਮਾਜ ਸ਼ਾਸਤਰ ਜੋ ਹੈ ਉਹ ਨਾ ਤਾਂ ਸਿਰਫ ਛੋਟੇ ਬਲਕਿ ਵੱਡੇ ਸਮਾਜ ਦਾ ਵੀ ਅਧਿਐਨ ਕਰਦਾ ਹੈ, ਆਧੁਨਿਕ ਦਾ ਵੀ, ਪ੍ਰਾਚੀਨ ਸਮਾਜ ਦਾ ਵੀ ਜਾਂ ਮਾਡਰਨ ਸੁਸਾਇਟੀ ਦਾ ਵੀ ਅਧਿਐਨ ਕਰਦਾ। ਸੋ ਹਰ ਇੱਕ ਤਰ੍ਹਾਂ ਦਾ, ਹਰ ਇੱਕ ਪੱਖ ਦਾ ਅਧਿਐਨ ਕੀਤਾ ਜਾਏਗਾ ਸਮਾਜ ਸ਼ਾਸਤਰ ਦੇ ਵਿੱਚ। ਹਾਂਜੀ, ਸੋ ਅੱਗੇ ਚੱਲਾਂਗੇ। ਮਤਲਬ ਉੱਪਰ ਜੋ ਹੁਣ ਮੈਂ ਤੁਹਾਨੂੰ ਦੱਸਿਆ ਹੈ ਉਸ ਤੋਂ ਇਹ ਚੀਜ਼ ਸਪਸ਼ਟ ਹੋ ਜਾਂਦੀ ਹੈ ਕਿ ਮਾਨਵ ਵਿਗਿਆਨ ਦੇ ਵਿੱਚ ਆਦਿਮ ਸਮਾਜ ਦਾ ਅਧਿਐਨ ਕੀਤਾ ਜਾ ਰਿਹਾ। ਹੁਣ ਆਦਿਮ ਸਮਾਜ ਦਾ ਮਤਲਬ ਇੱਥੇ ਕੀ ਹੈ ਕਿ ਉਹਨਾਂ ਸਮੂਹਾਂ ਤੋਂ ਹੈ ਜਿਹੜੇ ਛੋਟੇ, ਜਿਨ੍ਹਾਂ ਦਾ ਭੂਗੋਲਿਕ ਖੇਤਰ ਵੀ ਛੋਟਾ ਹੋਏਗਾ, ਘੱਟ ਗਿਣਤੀ ਦੇ ਵਿੱਚ ਲੋਕ ਉੱਥੇ ਰਹਿਣਗੇ ਤੇ ਜਿਨ੍ਹਾਂ ਦਾ ਬਾਹਰੀ ਦੁਨੀਆ ਦੇ ਨਾਲ ਘੱਟ ਸੰਬੰਧ ਹੋਏਗਾ ਤੇ ਜੋ ਆਮ ਤਕਨੀਕਾਂ ਦਾ ਪ੍ਰਯੋਗ ਕਰਨਗੇ। ਹੁਣ ਆਦਿਮ ਸਮਾਜ ਤੋਂ ਹੀ ਆਪਾਂ ਨੂੰ ਇਹ ਪਤਾ ਲੱਗਦਾ ਹੈ ਕਿ ਜਿਸ ਦੇ ਵਿੱਚ ਕੀ ਹੈ, ਵਿਅਕਤੀ ਸਿਰਫ ਪ੍ਰਾਚੀਨ ਸਮਾਜ ਦੀ ਹੀ ਗੱਲ ਹੋਏਗੀ ਜਿੱਥੇ ਤਕਨੀਕਾਂ ਦਾ ਇਸਤੇਮਾਲ ਘੱਟ ਕੀਤਾ ਜਾਂਦਾ ਸੀ, ਜਿੱਥੇ ਵਿਅਕਤੀ ਦੂਜਿਆਂ ਤੇ ਨਿਰਭਰ ਘੱਟ ਹੋ ਕੇ ਆਪਣਾ ਕੰਮ ਆਪ ਹੀ ਕਰ ਰਿਹਾ ਸੀ। ਜਾਂ ਇਹ ਬੋਲ ਸਕਦੇ ਹਾਂ ਇੱਥੇ ਕਿ ਜਿਸ ਦਾ ਉਹ ਸਮਾਜ, ਜਿਸ ਦਾ ਭੂਗੋਲਿਕ ਖੇਤਰ, ਜਿਸ ਦਾ ਏਰੀਆ, ਜਿਸ ਦਾ ਜੀਓਗ੍ਰਾਫਿਕਲ ਏਰੀਆ ਘੱਟ ਸੀ। ਸੋ ਆਪ ਇਹ ਚੀਜ਼ ਆਪਾਂ ਸੋਚ ਸਕਦੇ ਹਾਂ ਕਿ ਜਿਹੜਾ ਵਿਗਿਆਨ ਸਿਰਫ ਇੱਕ ਥੋੜੀ ਜਗ੍ਹਾ ਦਾ, ਥੋੜੇ ਵਿਅਕਤੀਆਂ ਦਾ ਜਾਂ ਇੱਕ ਮਨੁੱਖ ਦਾ ਹੀ ਅਧਿਐਨ ਕਰੇਗਾ, ਉਸ ਦੀ ਮਹੱਤਤਾ ਸਮਾਜ ਦੇ ਵਿੱਚ ਦਿਨ ਪ੍ਰਤੀ ਦਿਨ ਘਟਦੀ ਚਲੀ ਜਾਏਗੀ। ਕਿਉਂਕਿ ਹੁਣ ਜ਼ਰੂਰਤ ਹੈ ਉਸ ਢੰਗ ਦੇ ਵਿਗਿਆਨ ਦੀ, ਉਸ ਢੰਗ ਦੇ ਸਮਾਜਿਕ ਵਿਗਿਆਨ ਦੀ ਜੋ ਹਰ ਇੱਕ ਪਹਿਲੂ ਦਾ ਅਧਿਐਨ ਕਰੇ, ਜੋ ਹਰ ਇੱਕ ਉਹ ਜਗ੍ਹਾ ਦਾ ਅਧਿਐਨ ਕਰੇ ਜਿੱਥੇ ਦੁਨੀਆ ਵਸੀ ਹੋਈ ਹੈ, ਜਿੱਥੇ ਲੋਕ ਵੱਖ-ਵੱਖ ਸ਼ਹਿਰਾਂ ਦੇ ਵਿੱਚ, ਕਬੀਲਿਆਂ ਦੇ ਵਿੱਚ, ਪਿੰਡਾਂ ਦਾ ਹਿੱਸਾ ਬਣੇ ਹੋਏ ਹਨ। ਇਸ ਲਈ ਬਾਹਰੀ ਦੁਨੀਆ ਨਾਲ ਜੋ ਘੱਟ ਆਪਣੇ ਸੰਬੰਧ ਬਣਾ ਰਹੇ ਹੈ, ਸੋ ਉਸ ਢੰਗ ਦਾ, ਉਸ ਸਮਾਜ ਦਾ ਅਧਿਐਨ ਕਰ ਰਿਹਾ ਹੈ ਮਾਨਵ ਸਮਾਜ। ਸੋ ਮਾਨਵ ਸਮਾਜ ਦਾ ਵੀ ਸਮਝੋ, ਮਾਨਵ ਜਿਹੜਾ ਸਮਾਜ ਸ਼ਾਸਤਰ ਹੈ ਉਸ ਨਾਲ ਡੂੰਘਾ ਰਿਸ਼ਤਾ ਜਾਂ ਡੂੰਘਾ ਸੰਬੰਧ ਇਹ ਬਣ ਜਾਂਦਾ ਹੈ ਕਿ ਉਸ ਢੰਗ ਦੇ ਸਮਾਜ ਨੂੰ ਸਮਝਣ ਦੇ ਲਈ ਵੀ ਸਮਾਜ ਸ਼ਾਸਤਰ ਦੀ ਲੋੜ ਮਹਿਸੂਸ ਹੁੰਦੀ ਹੈ। ਸੋ ਮਾਨਵ ਵਿਗਿਆਨੀ ਕੀ ਕਰਨਗੇ? ਉਹ ਕਮਿਊਨਿਟੀ ਦੇ ਵਿੱਚ ਰਹਿਣਗੇ, ਵਿਅਕਤੀਆਂ ਦੇ ਵਿਵਹਾਰ ਦੂਜਿਆਂ ਨਾਲ ਕਿਵੇਂ ਕਰ ਰਿਹਾ ਹੈ ਉਹ ਦੇਖਣਗੇ, ਰੀਤੀ ਰਿਵਾਜ ਤੋਂ ਰਿਕਾਰਡ ਕਰਦੇ ਹੈ। ਤੇ ਜੋ ਸਮਾਜ ਸ਼ਾਸਤਰੀ ਹੈ ਜਾਂ ਸੋਸ਼ੀਓਲੋਜਿਸਟ ਹੈ ਉਹ ਜਾਣਕਾਰੀ ਇਕੱਠੀ ਕਰਨਗੇ ਇੰਟਰਵਿਊ ਦੇ ਨਾਲ ਜਾਂ ਪ੍ਰਸ਼ਨਾਵਲੀ ਦੇ ਆਧਾਰ ਤੇ, ਜਿਵੇਂ ਕੁਐਸਚਨੀਅਰਸ ਹੁੰਦਾ ਹੈ। ਸੋ ਇਹ ਦੇਖੋ ਇੱਥੇ ਕਿਤੇ ਨਾ ਕਿਤੇ ਅੰਤਰ ਵੀ ਦੱਸਿਆ ਗਿਆ। ਜਿੱਥੇ ਸੰਬੰਧ ਦੀ ਗੱਲ ਹੁੰਦੀ ਹੈ ਉੱਥੇ ਆਪਾਂ ਨਾਲ ਦੀ ਨਾਲ ਥੋੜਾ ਅੰਤਰ ਵੀ ਕਰਦੇ ਜਾਵਾਂਗੇ ਕਿ ਕਿਸ ਢੰਗ ਨਾਲ ਜੋ ਮਾਨਵ ਵਿਗਿਆਨੀ ਹੈ ਉਹ ਕਿਵੇਂ ਇੱਕ ਕਮਿਊਨਿਟੀ ਦੇ ਵਿੱਚ, ਸਮਾਜ ਦੇ ਵਿੱਚ, ਸਮੁਦਾਇ ਦੇ ਵਿੱਚ ਰਹਿੰਦਾ ਹੈ, ਕਿਵੇਂ ਵਿਅਕਤੀਆਂ ਦੇ ਵਿਵਹਾਰ ਨੂੰ ਜੱਜ ਕਰ ਰਿਹਾ ਹੈ, ਵਿਵਹਾਰ ਨੂੰ ਦੇਖ ਰਿਹਾ ਹੈ,
ਉਸ ਤੋਂ ਬਾਅਦ ਰੀਤੀ ਰਿਵਾਜ ਕਿਸ ਢੰਗ ਦੇ ਹਨ, ਉਸ ਕਮਿਊਨਿਟੀ ਦੇ, ਉਸ ਸੁਸਾਇਟੀ ਦੇ, ਸਮੁਦਾਇ ਦੇ, ਉਹਨਾਂ ਨੂੰ ਰਿਕਾਰਡ ਕਰਦਾ ਹੈ, ਸਿਰਫ ਆਬਜ਼ਰਵ ਕਰੇਗਾ ਦੂਰ ਰਹਿ ਕੇ ਮਾਨਵ ਵਿਗਿਆਨੀ। ਲੇਕਿਨ ਜੇ ਕੋਈ ਸਮਾਜ ਸ਼ਾਸਤਰੀ ਹੈ, सोशियोलॉजिस्ट है, सोशल थिंकर है, तो वो पूरी जानकारी इकट्ठी करेगा थ्रू इंटरव्यू और क्वेश्चनियर। एक इंटरव्यू लेगा लोगों तो, फेस टू फेस इंटरव्यू हो सकती है, एक प्रश्नावली तैयार करेगा जिस दे विच हाँ या ना दे विच लोग जवाब देंगे। सो वो जदों सारा डाटा इकट्ठा करेगा एक समाज शास्त्री, ਤਾਂ ਉਸ ਤੋਂ ਇਹ ਪਤਾ ਲੱਗਿਆ ਕਿ ਹਾਂ, ਜਿਵੇਂ ਉਦਾਹਰਨ ਦੇ ਤੌਰ ਤੇ ਕਹਾਂ ਕਿ ਠੀਕ ਹੈ, ਕਿੰਨੇ ਵਿਅਕਤੀ ਹੈ ਜੋ ਰੋਜ਼ਾਨਾ ਸ਼ਰਾਬ ਪੀਂਦੇ ਹੈ, ਜਾਂ ਕਿੰਨੇ ਵਿਅਕਤੀ ਹੈ ਜਿਨ੍ਹਾਂ ਨੇ ਅੱਜ ਤੱਕ ਕਿਸੇ ਵੀ ਨਸ਼ੇ ਦਾ ਸੇਵਨ ਨਹੀਂ ਕੀਤਾ, ਜਾਂ ਇਸ ਤੋਂ ਹੋਰ ਦੂਸਰੀ ਉਦਾਹਰਨ ਲੈ ਸਕਦੇ ਹਾਂ ਕਿ ਕਿੰਨੇ ਲੋਕਾਂ ਦੇ ਕੋਲ ਆਰਥਿਕ ਜ਼ਰੂਰਤਾਂ ਆਪਣੀਆਂ ਪੂਰੀਆਂ ਕਰ ਸਕਦੇ ਹਨ, ਜਾਂ ਕਿੰਨਾਂ ਦੇ ਕੋਲ ਆਰਥਿਕ ਮੁੱਢਲੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਪੈਸਾ ਨਹੀਂ ਹੈ। ਸੋ ਇਹ ਗਰੀਬੀ ਦਾ ਜੋ ਕਨਸੈਪਟ ਹੈ ਉਹ ਸਾਰਾ ਐਵੇਂ ਦੇਖਣ ਨੂੰ ਮਿਲੇਗਾ। ਇਸ ਕਰਕੇ ਜੋ ਮਾਨਵ ਵਿਗਿਆਨੀ ਹੈ ਉਹ ਸਮੁਦਾਇ ਦੇ ਵਿੱਚ ਜਾਣਗੇ, ਉਹ ਛੋਟੀ ਕਮਿਊਨਿਟੀ ਦੇ ਵਿੱਚ ਜਾਣਗੇ, ਲੋਕਾਂ ਦੇ ਵਿਵਹਾਰ ਨੂੰ ਜੱਜ ਕਰਨਗੇ, ਉਹਨਾਂ ਨੂੰ ਦੂਰੋਂ ਆਬਜ਼ਰਵ ਕਰਨਗੇ, ਰੀਤੀ ਰਿਵਾਜ਼ਾਂ ਨੂੰ ਵੀ ਦੇਖਿਆ ਜਾਏਗਾ ਤੇ ਰਿਕਾਰਡ ਤਿਆਰ ਕਰ ਦਿੱਤਾ ਜਾਏਗਾ, ਇੱਕ ਪੇਜ ਤੇ ਇੱਕ ਸ਼ੀਟ ਤੇ ਰਿਕਾਰਡ ਤਿਆਰ ਕੀਤਾ ਜਾਏਗਾ। ਲੇਕਿਨ ਜੋ ਸਮਾਜ ਸ਼ਾਸਤਰੀ ਉਹ ਲੋਕਾਂ ਦੇ ਵਿੱਚ ਜਾ ਕੇ ਵਿਚਰੇਗਾ, ਗੱਲਬਾਤ ਕਰੇਗਾ। ਜੇ ਜਿਵੇਂ ਉਦਾਹਰਨ ਦੇ ਤੌਰ ਤੇ ਕਿ ਜੇ ਕਿਸੇ ਝੁੱਗੀਆਂ ਝੌਂਪੜੀਆਂ ਗੰਦੀਆਂ ਬਸਤੀਆਂ ਦੇ ਨਾਲ ਜਿਵੇਂ ਕੰਮ ਕਰਨਾ ਹੈ ਜਾਂ ਉਹਨਾਂ ਦੀ ਸਮੱਸਿਆਵਾਂ ਨੂੰ ਸਮਝਣਾ ਹੈ, ਸੋ ਜੋ ਸਮਾਜ ਵਿਗਿਆਨੀ ਹੈ, ਸੋਸ਼ਲ ਵਰਕਰ ਹੈ, ਸੋਸ਼ਲ ਥਿੰਕਰ ਹੈ, ਸੋਸ਼ਿयोलॉजिस्ट ਹੈ, ਉਹ ਉਸ ਝੁੱਗੀ ਦੇ ਵਿੱਚ ਜਾ ਕੇ ਗੱਲ ਕਰੇਗਾ ਲੋਕਾਂ ਨਾਲ, ਉਹਨਾਂ ਦੀਆਂ ਸਮੱਸਿਆਵਾਂ ਨੂੰ ਸਮਝੇਗਾ, ਉਹਨਾਂ ਦੀਆਂ ਗੱਲਾਂ ਨੂੰ ਸੁਣੇਗਾ ਤੇ ਉਸ ਚੀਜ਼ ਤੋਂ ਕੀ ਹੈ ਅੱਗੇ ਸਾਰੀਆਂ ਚੀਜ਼ਾਂ ਨਿਕਲ ਕੇ ਆਉਣਗੀਆਂ ਕਿ ਹਾਂ, ਉਹ ਵਿਅਕਤੀ ਜੋ ਉਸ ਝੁੱਗੀ ਦੇ ਵਿੱਚ ਰਹਿ ਰਹੇ ਹਨ, ਉਹਨਾਂ ਦੀ ਆਰਥਿਕ ਸਥਿਤੀ, ਸਮਾਜਿਕ ਸਥਿਤੀ ਕਿਸ ਢੰਗ ਦੀ ਹੈ, ਕੀ ਸੱਤਾ ਹੈ ਉਹਨਾਂ ਦੇ ਉੱਤੇ, ਕਿਸ ਢੰਗ ਦੀਆਂ ਸਹੂਲਤਾਂ ਮਿਲ ਰਹੀਆਂ ਹੈ ਜਾਂ ਨਹੀਂ, ਜਾਂ ਉਹਨਾਂ ਨੂੰ ਸੁਧਾਰਨ ਦਾ ਕੀ ਇਲਾਜ ਜਾਂ ਉਹਨਾਂ ਦਾ ਇਲਾਜ ਕੀ ਕੀਤਾ ਜਾਵੇਗਾ, ਕਿਵੇਂ ਉਹਨਾਂ ਨੂੰ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਸੋ ਇਸ ਢੰਗ ਦੇ ਨਾਲ ਜੋ ਸਮਾਜ ਸ਼ਾਸਤਰੀ ਹੈ ਉਹ ਹਰ ਇੱਕ ਚੀਜ਼ ਬਾਰੇ ਗਿਆਨ ਜਾਂ ਜਾਣਕਾਰੀ ਇਕੱਠੀ ਕਰਦੇ ਹਨ। ਅੱਗੇ ਦੇਖਾਂਗੇ ਜੋ ਮਾਨਵ ਵਿਗਿਆਨ ਹੈ ਉਹ ਇੱਕ ਸੱਭਿਆਚਾਰ ਦਾ ਅਧਿਐਨ ਹੈ ਅਤੇ ਸਮਾਜ ਸ਼ਾਸਤਰ ਇੱਕ ਸੱਭਿਆਚਾਰ ਦੇ ਅੰਦਰ ਮਨੁੱਖੀ ਵਿਵਹਾਰ ਦਾ ਅਧਿਐਨ ਹੈ। ਸੋ ਜੇ ਆਪਾਂ ਇਹਨਾਂ ਦੋਨਾਂ ਵਿਗਿਆਨਾਂ ਦਾ ਸੰਬੰਧ ਦੇਖਾਂਗੇ ਤਾਂ ਮਾਨਵ ਵਿਗਿਆਨ ਤੋਂ ਬਿਨਾਂ ਸਮਾਜਿਕ ਵਿਗਿਆਨ ਵੀ ਨਹੀਂ ਹੈ, ਕਿਉਂਕਿ ਜਦ ਤੱਕ ਆਪਾਂ ਇੱਕ ਮਨੁੱਖ ਦਾ, ਇੱਕ ਮਾਨਵ ਦੇ ਵਿਗਿਆਨ ਦੀ ਗੱਲ ਨਹੀਂ ਕਰਦੇ ਜਾਂ ਉਸ ਦਾ ਅਧਿਐਨ ਨਹੀਂ ਕਰਦੇ, ਤਦ ਤੱਕ ਸਮਾਜ ਨੂੰ ਵੀ ਚੰਗੀ ਤਰ੍ਹਾਂ ਸਮਝਿਆ ਨਹੀਂ ਜਾਏਗਾ। ਇਹ ਚੀਜ਼ ਇੱਥੇ ਜ਼ਰੂਰ ਦੱਸਣ ਵਾਲੀ ਬਣਦੀ ਹੈ ਕਿ ਜੇ ਇੱਕ ਵਿਅਕਤੀ ਜਿਸ ਢੰਗ ਦਾ ਵਿਵਹਾਰ ਦੂਸਰੇ ਲੋਕਾਂ ਨਾਲ ਕਰ ਰਿਹਾ ਹੈ, ਜੇ ਉਸੇ ਚੀਜ਼ ਨੂੰ ਚੰਗੇ ਢੰਗ ਦੇ ਨਾਲ ਸਮਝਿਆ ਨਹੀਂ ਜਾਏਗਾ, ਤਦ ਤੱਕ ਸਮਾਜ ਦਾ ਅਧਿਐਨ ਕਰਨਾ ਵੀ ਬਹੁਤ ਜ਼ਿਆਦਾ ਮੁਸ਼ਕਿਲ ਹੋ ਜਾਏਗਾ। ਇਸੇ ਢੰਗ ਨਾਲ ਇਹ ਕਿਹਾ ਗਿਆ ਹੈ ਕਿ ਦੋਨੋਂ ਹੀ ਜੋ ਵਿਗਿਆਨ ਹੈ ਇਹ ਦੋਨੋਂ ਹੀ ਇੱਕ ਦੂਸਰੇ ਨਾਲ ਜੁੜੇ ਹੋਏ ਹੁੰਦੇ ਹਨ। ਤੇ ਮਾਨਵ ਵਿਗਿਆਨ ਇਹ ਵੀ ਦੱਸਦਾ ਹੈ ਕਿ ਆਦਮ ਸਮਾਜ ਦੀਆਂ ਵੱਖ-ਵੱਖ ਸੰਸਥਾਵਾਂ, ਸੰਗਠਨ ਜੋ ਹੈ ਇਸਦਾ ਉਹ ਸਰਲ ਹੈ ਤੇ ਉਹ ਸਮਾਜ ਵਿਗਿਆਨ ਦੀ ਮਦਦ ਦੇ ਨਾਲ ਅੱਜ ਕੱਲ੍ਹ ਦੇ ਸਮਾਜ ਦਾ ਵੀ ਅਧਿਐਨ ਕਰਨਗੇ। ਸੋ ਸਮਾਜ ਵਿਗਿਆਨ ਦੀ ਮਹੱਤਤਾ ਸਮਾਜ ਦੇ ਵਿੱਚ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ, ਜਿਸ ਦੇ ਨਾਲ ਕੀ ਹੈ ਮਾਨਵ ਵਿਗਿਆਨ ਦੀ ਮਹੱਤਤਾ ਘਟ ਰਹੀ ਹੈ, ਪਰ ਫਿਰ ਵੀ ਇਹ ਦੋਨੋਂ ਹੀ ਵਿਗਿਆਨ ਇੱਕ ਦੂਸਰੇ ਨਾਲ ਕਿਤੇ ਨਾ ਕਿਤੇ ਜੁੜੇ ਹੋਏ ਹੁੰਦੇ ਹਨ। ਸਾਡਾ ਸੰਸਾਰ ਛੋਟੇ ਸਮਾਜ ਤੋਂ ਵੱਡੇ ਸਮਾਜ ਦੇ ਵੱਲ ਬਦਲ ਰਿਹਾ ਹੈ, ਇਸ ਲਈ ਮਾਨਵ ਵਿਗਿਆਨ ਦਾ ਘੇਰਾ ਵੀ ਘਟਦਾ ਚਲਿਆ ਗਿਆ ਹੈ। ਸੋ ਉਹ ਛੋਟਾ ਸਮਾਜ ਜਿਸ ਨੂੰ ਪ੍ਰਾਚੀਨ ਸਮਾਜ ਕਹਿ ਸਕਦੇ ਹਾਂ, ਜਿਸ ਦੇ ਵਿੱਚ ਵਿਅਕਤੀਆਂ ਦੀ ਗਿਣਤੀ ਘੱਟ ਹੋ ਸਕਦੀ ਹੈ, ਜਿਸ ਦੇ ਵਿੱਚ ਤਕਨੀਕਾਂ ਦਾ ਪ੍ਰਯੋਗ ਘੱਟ ਹੋ ਸਕਦਾ ਹੈ, ਸੋ ਉਸ ਨੂੰ ਛੋਟਾ ਸਮਾਜ ਵਾਂਗੂ ਦਰਸਾਇਆ ਜਾਏਗਾ। ਤੇ ਇਸ ਦੇ ਬਿਲਕੁਲ ਵਿਪਰੀਤ ਵੱਡਾ ਸਮਾਜ ਕੀ ਹੈ, ਜਿੱਥੇ ਵਿਅਕਤੀਆਂ ਦੀ ਜਨਸੰਖਿਆ ਠੀਕ ਹੈ ਜ਼ਿਆਦਾ ਹੈ, ਉਸ ਤੋਂ ਇਲਾਵਾ ਜਿੱਥੇ ਆਧੁਨਿਕਰਨ ਹੈ, ਪੱਛਮੀਕਰਨ ਹੈ, ਸੰਸਕ੍ਰਿਤੀ ਪੱਛਮੀ ਦੇਸ਼ਾਂ ਤੋਂ ਅਪਣਾਈ ਜਾ ਰਹੀ ਹੈ, ਤਕਨੀਕਾਂ ਹਨ ਜਾਂ ਵਿਕਾਸ ਉਤਪੱਤੀ ਦਾ ਰਸਤਾ ਲੋਕਾਂ ਨੇ ਵੱਧ ਅਪਣਾ ਲਿਆ ਹੈ। ਸੋ ਇਹ ਸਾਰੀਆਂ ਚੀਜ਼ਾਂ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਜੋ ਮਨੁੱਖੀ ਸਮਾਜ ਹੈ ਉਸਦੇ ਵਿੱਚ ਉਸਦੇ ਹਰ ਇੱਕ ਪਹਿਲੂ ਦਾ ਜਾਂ ਹਰ ਇੱਕ ਪਹਿਲੂ ਬਾਰੇ ਜਾਣਕਾਰੀ ਲੈਣੀ ਬਹੁਤ ਜ਼ਰੂਰੀ ਹੋ ਜਾਂਦੀ ਹੈ। ਉਦਾਹਰਨ ਦੇ ਤੌਰ ਤੇ
ਜੇ ਇੱਕ ਵਿਅਕਤੀ, ਇੱਕ ਬੱਚੇ ਦਾ ਜਨਮ ਹੋਇਆ, ਜਨਮ ਤੋਂ ਬਾਅਦ ਉਸਦੇ ਨੇੜੇ ਕੌਣ ਸੀ? ਉਸਦੇ ਮਾਂ-ਬਾਪ। ਇਸ ਦਾ ਅਰਥ ਕਿ ਉਸਨੇ ਇੱਕ ਸਮੂਹ ਦੇ ਵਿੱਚ ਪ੍ਰਵੇਸ਼ ਕਰ ਲਿਆ। ਉਸ ਉਹ ਸਮੂਹ ਜਿਸ ਦਾ ਨਾਮ ਹੈ ਪਰਿਵਾਰ। ਪਰਿਵਾਰ ਦੇ ਵਿੱਚ ਪ੍ਰਵੇਸ਼ ਕੀਤਾ। ਹੌਲੀ-ਹੌਲੀ ਉਸਨੇ ਆਪਣੇ ਦੋਸਤ ਮਿੱਤਰ ਬਣਾਉਣੇ ਸ਼ੁਰੂ ਕਰਤੇ, ਜਿਸ ਨੂੰ ਪਲੇ ਗਰੁੱਪ ਦਾ ਨਾਮ ਦੇ ਦਿੱਤਾ ਜਾਂਦਾ ਹੈ, ਖੇਡ ਸਮੂਹ ਦਾ ਨਾਮ ਦੇ ਦਿੱਤਾ ਜਾਂਦਾ ਹੈ। ਹੌਲੀ-ਹੌਲੀ ਉਸਨੂੰ ਆਪਣੇ ਰਿਸ਼ਤੇਦਾਰਾਂ ਬਾਰੇ ਪਤਾ ਲੱਗਦਾ ਹੈ, ਜਿਸ ਸਮੂਹ ਦਾ ਨਾਮ ਹੋ ਜਾਏਗਾ ਕਿਨਸ਼ਿਪ, ਰਿਸ਼ਤੇਦਾਰੀ ਜਾਂ ਨਾਤੇਦਾਰੀ, ਸਾਕੇਦਾਰੀ ਬੋਲ ਸਕਦੇ ਹਾਂ। ਫਿਰ ਉਸਨੂੰ ਆਂਢੀ ਗੁਆਂਢੀਆਂ ਦਾ ਮਹੱਤਵ ਪਤਾ ਲੱਗਦਾ ਹੈ, ਜਾਂ ਇਹ ਬੋਲ ਸਕਦੇ ਹਾਂ ਕਿ ਵੱਖ-ਵੱਖ ਲੋਕਾਂ ਨਾਲ ਵਿਚਰ ਕੇ ਅਲੱਗ-ਅਲੱਗ ਸੰਸਥਾਵਾਂ ਦਾ, ਸਭਾਵਾਂ ਦਾ ਹਿੱਸਾ ਬਣਦਾ। ਸੋ ਹੌਲੀ-ਹੌਲੀ ਇੱਕ ਵਿਅਕਤੀ ਉਸਦਾ ਵਿਆਹ ਹੋ ਰਿਹਾ ਹੈ। ਸੋ ਵਿਆਹ ਜੋ ਇੱਕ ਸੰਸਥਾ ਹੈ ਉਸਦੇ ਵਿੱਚ ਪ੍ਰਵੇਸ਼ ਕਰਦਾ ਹੈ, ਬੱਚੇ ਪੈਦਾ ਹੋ ਰਹੇ ਹੈ, ਉਹ ਅੱਗੇ ਨੌਕਰੀ ਕਰ ਰਿਹਾ ਹੈ, ਉਸ ਆਪਣਾ ਆਰਥਿਕ ਜ਼ਰੂਰਤਾਂ ਨੂੰ ਪੂਰਾ ਕਰਨ ਲਈ, ਰੋਟੀ ਕੱਪੜਾ ਮਕਾਨ, ਇਹ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਉਸਦੇ ਵਿੱਚ ਪ੍ਰਵੇਸ਼ ਕਰ ਰਿਹਾ ਹੈ। ਸੋ ਇਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜੋ ਸਾਡਾ ਜੋ ਸਮਾਜ ਹੈ ਉਹ ਹੁਣ ਛੋਟੇ ਸਮਾਜ ਤੋਂ ਵੱਡੇ ਸਮਾਜ ਦੇ ਵੱਲ ਬਦਲ ਰਿਹਾ। ਸੋ ਜੋ ਇਹ ਬਦਲਾਵ ਆ ਰਿਹਾ ਹੈ ਇਸ ਦੇ ਪਿੱਛੇ ਕਈ ਕਾਰਨ, ਜਿਵੇਂ ਇੱਕ ਵਿਅਕਤੀ ਆਧੁਨਿਕ ਬਣ ਰਿਹਾ ਹੈ, ਉਹ ਵਿਅਕਤੀ ਸਮਾਜ ਦੇ ਵਿੱਚ ਰਹਿ ਕੇ ਕੀ ਹੈ, ਤਰੱਕੀ ਕਰ ਰਿਹਾ ਹੈ, ਤਕਨੀਕਾਂ ਦਾ ਵੱਧ ਤੋਂ ਵੱਧ ਪ੍ਰਯੋਗ ਕਰ ਰਿਹਾ ਹੈ। ਸੋ ਜਿੱਥੇ ਇੱਕ ਵਿਅਕਤੀ ਤਕਨੀਕਾਂ ਦਾ ਪ੍ਰਯੋਗ ਕਰੇਗਾ ਵੱਧ ਤੋਂ ਵੱਧ, ਜਾਂ ਉਹ ਆਧੁਨਿਕ ਸਮਾਜ ਦੇ ਵਿੱਚ ਪ੍ਰਵੇਸ਼ ਕਰੇਗਾ, ਉੱਥੇ ਉਹ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਵੀ ਹੱਲ ਕਰੇਗਾ। ਇੱਕ ਵਿਅਕਤੀ ਕੀ ਹੈ, ਕਿਉਂਕਿ ਸਮਾਜ ਦੇ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦੇ ਨਾਲ ਇੱਕ ਵਿਅਕਤੀ ਜੂਝ ਰਿਹਾ ਹੈ, ਸੋ ਸਮੱਸਿਆਵਾਂ ਦਾ ਹੱਲ ਵੀ ਵਿਅਕਤੀ ਆਪੇ ਹੀ ਕਰੇਗਾ। ਸੋ ਜਿੱਥੇ ਇੱਥੇ ਮਾਨਵ ਵਿਗਿਆਨ ਅਤੇ ਸਮਾਜ ਵਿਗਿਆਨ ਦੇ ਸੰਬੰਧ ਦੀ ਗੱਲ ਹੋਏਗੀ, ਉੱਥੇ ਆਪਾਂ ਕਹਾਂਗੇ ਕਿ ਇਹ ਦੋਨੋਂ ਜਿਹੜੇ ਸਮਾਜ ਹੈ, ਜਿਹੜਾ ਸਮਾਜ ਵਿਗਿਆਨ ਹੈ, ਇਹ ਪ੍ਰਾਚੀਨ ਸਮਾਜ ਦੀ ਵੀ ਗੱਲ ਕਰ ਰਿਹਾ ਹੈ, ਵਰਤਮਾਨ ਸਮਾਜ ਦੀ ਵੀ ਗੱਲ ਕਰ ਰਿਹਾ ਹੈ, ਤੇ ਆਉਣ ਵਾਲੇ ਅਗਲੇ ਜਿਹੜਾ ਸੁਸਾਇਟੀ ਅਗਲੀ ਆਊਗੀ, ਅਗਲਾ ਸਮਾਜ ਆਊਗਾ, ਉਸਦਾ ਵੀ ਅਧਿਐਨ ਕਰੇਗਾ। ਸੰਸਕ੍ਰਿਤਿਕ ਖੇਤਰ ਦਾ ਅਧਿਐਨ, ਸੰਸਕ੍ਰਿਤਿਕ ਨਿਯਮਾਂ ਦਾ ਅਧਿਐਨ ਕਰੇਗਾ, ਸੰਸਕ੍ਰਿਤਿਕ ਪਛੜੇਵਾਂ ਕਿ ਕਿਵੇਂ ਇੱਕ ਸੰਸਕ੍ਰਿਤੀ ਦੂਜੇ ਨਾਲੋਂ ਪਿਛੜ ਗਈ ਹੈ। ਸੋ ਹੋਰ ਕਈ ਤਰ੍ਹਾਂ ਦੇ ਸੰਕਲਪ ਸਮਾਜਿਕ ਮਾਨਵ ਤੋਂ ਉਧਾਰ ਲੈ ਲਿੱਤੇ ਜਾਣਗੇ। ਸਮਾਜ ਵਿਗਿਆਨ ਕੀ ਹੈ, ਕਈ ਤਰ੍ਹਾਂ ਦੇ ਸਮਾਜਿਕ ਜੋ ਸੰਕਲਪ ਹੈ ਉਹ ਮਾਨਵ ਸਮਾਜ ਤੋਂ, ਉਹ ਮਾਨਵ ਵਿਗਿਆਨ ਤੋਂ ਉਧਾਰ ਲੈ ਲੈਂਦਾ ਹੈ। ਜਿਸ ਕਰਕੇ ਜੇ ਇੱਕ ਸਮਾਜ ਵਿਗਿਆਨ ਦੂਜੇ ਵਿਗਿਆਨ ਤੋਂ ਕੋਈ ਚੀਜ਼ਾਂ ਉਧਾਰੀਆਂ ਲੈ ਲੈਂਦਾ ਹੈ, ਸੋ ਉਹ ਦੋਨਾਂ ਵਿਗਿਆਨਾਂ ਦੇ ਵਿੱਚ ਇੱਕ ਤਰ੍ਹਾਂ ਦਾ ਸੰਬੰਧ ਬਣ ਜਾਂਦਾ ਹੈ। ਸੋ ਇਹ ਸਪਸ਼ਟ ਹੋ ਸਕਦਾ ਹੈ, ਜਾਂ ਇਹ ਸਪਸ਼ਟ ਇਸ ਤੋਂ ਇਹ ਹੁੰਦਾ ਹੈ ਕਿ ਸਮਾਜ ਵਿਗਿਆਨ ਨੂੰ ਸਮਝਣ ਦੇ ਲਈ ਸਮਾਜ ਦੀਆਂ ਸਮੱਸਿਆਵਾਂ ਨੂੰ ਸਮਝਣਾ ਜ਼ਰੂਰੀ ਹੈ, ਜੋ ਸਾਨੂੰ ਮਾਨਵ ਵਿਗਿਆਨ ਦੇ ਸਹਾਇਤਾ ਦੇ ਨਾਲ ਹੀ ਆਪਾਂ ਸਮਝ ਸਕਦੇ ਹਾਂ। ਕਿਉਂਕਿ ਮਾਨਵ ਵਿਗਿਆਨ ਦੇ ਉੱਪਰ ਨਿਰਭਰ ਰਹਿਣਾ ਪਏਗਾ, ਕਿਉਂਕਿ ਮਾਨਵ ਵਿਗਿਆਨ ਦਾ ਵਿਸ਼ਾਲ ਖੇਤਰ ਕੀ ਹੈ, ਸਮਾਜ ਵਿਗਿਆਨ ਨੂੰ ਸੰਸਕ੍ਰਿਤੀ, ਨਸਲਾਂ ਤੇ ਇਸ ਨਾਲ ਸੰਬੰਧਿਤ ਗਿਆਨ ਪ੍ਰਦਾਨ ਕਰਦਾ ਹੈ। ਮਾਨਵ ਵਿਗਿਆਨ ਆਦਮ ਸਮਾਜ ਦੀ ਗੱਲ ਕਰ ਰਿਹਾ ਹੈ, ਆਧੁਨਿਕ ਸਮਾਜ ਦੀ ਗੱਲ ਨਹੀਂ ਕਰਦਾ। ਆਦਮ ਸਮਾਜ ਦਾ ਅਰਥ ਕੀ ਹੈ ਕਿ ਪ੍ਰਾਚੀਨ ਸਮਾਜ, ਪਹਿਲਾਂ ਸ਼ੁਰੂਆਤ ਦੇ ਵਿੱਚ ਇੱਕ ਵਿਅਕਤੀ ਦਾ ਸਮਾਜ ਦੇ ਵਿੱਚ ਜਨਮ ਕਿਵੇਂ ਹੋਇਆ, ਉਹ ਵਿਅਕਤੀ ਨੇ, ਜਾਂ ਜਿਵੇਂ ਅਰਲੀ ਮੈਨ ਦੀ ਜਿਵੇਂ ਆਪਾਂ ਸਟੋਰੀਜ਼ ਜਾਂ ਟੌਪਿਕਸ ਆਪਣੇ ਪੜ੍ਹੇ ਹੋਏ ਹੈ ਸਕੂਲ ਲੈਵਲ ਤੇ, ਸੋ ਉਹ ਚੀਜ਼ਾਂ ਨੂੰ ਪਤਾ ਲੱਗਦਾ ਕਿ ਕਿਵੇਂ ਇੱਕ ਜੀਵ ਤੋਂ ਮਨੁੱਖ ਦੀ ਉਤਪਤੀ ਹੋਈ ਹੈ, ਕਿਸ ਤਰ੍ਹਾਂ ਇੱਕ ਵਿਅਕਤੀ ਨੇ ਆਪਣੀਆਂ ਲੋੜਾਂ ਨੂੰ ਪੂਰਾ ਕਰਨਾ ਸ਼ੁਰੂ ਕਰਤਾ। ਹੁਣ ਇਹਨੂੰ ਮੈਂ ਥੋੜਾ ਜਿਹਾ ਉਦਾਹਰਨ ਦੇ ਕੇ ਜ਼ਰੂਰ ਸਮਝਾਵਾਂਗੀ। ਜਿਵੇਂ ਕਬਾਇਲੀ ਸਮਾਜ ਦੀ ਜੇ ਗੱਲ ਕਰੀਏ ਤਾਂ ਕਬੀਲਿਆਂ ਤੋਂ ਹੀ ਕੀ ਹੈ ਸ਼ੁਰੂ ਹੋਇਆ ਜੀਵਨ, ਕਿਉਂਕਿ ਮੈਂ ਇੱਥੇ ਇਹ ਜ਼ਰੂਰ ਦੱਸਣਾ ਚਾਹਾਂਗੀ ਕਿ ਆਦਿ ਮਾਨਵ ਤੋਂ ਹੀ ਸਮਾਜ ਆਪਣਾ ਅੱਗੇ ਵਧਣਾ ਸ਼ੁਰੂ ਹੋਇਆ। ਜਿਵੇਂ ਦੋ ਪੱਥਰਾਂ ਨੂੰ ਘਸਾ ਕੇ ਅੱਗ ਕੱਢੀ ਜਾਂਦੀ ਸੀ, ਸੋ ਇਹ ਛੋਟੀਆਂ ਏਦਾਂ ਦੀਆਂ ਤਕਨੀਕਾਂ ਸੀ ਜੋ ਆਦਮ ਸਮਾਜ ਦੇ ਵਿੱਚ ਪਾਈਆਂ ਜਾਂਦੀਆਂ ਸੀ। ਪਾਣੀ ਨੂੰ ਲੈਣ ਵਾਸਤੇ ਕਿੰਨੀ ਦੂਰ ਜਾ ਕੇ ਘੜੇ ਚੱਕ ਕੇ ਪਾਣੀ ਲਿਆਉਣਾ ਪੈਂਦਾ ਸੀ, ਤੇ ਹੁਣ ਆਧੁਨਿਕ ਸਮਾਜ ਦੇ ਵਿੱਚ ਕੀ ਹੈ, ਆਪਣੀ ਰਸੋਈ ਦੇ ਵਿੱਚ ਹੀ ਨਲ ਖੋਲੋ ਤੇ ਪਾਣੀ ਗਰਮ ਜਾਂ ਠੰਡਾ ਦੋਨੋਂ ਹੀ ਉਪਲਬਧ ਕਰ ਦਿੱਤੇ ਜਾਂਦੇ।
ਸੋ ਇਸ ਦਾ ਅਰਥ ਜਾਂ ਇਸ ਚੀਜ਼ ਤੋਂ ਇਹ ਸਮਝਿਆ ਜਾਂਦਾ ਹੈ ਕਿ ਜੋ ਆਦਮ ਸਮਾਜ ਸੀ ਤੇ ਹੁਣ ਆਧੁਨਿਕ ਸਮਾਜ ਹੈ, ਇਹਨਾਂ ਦੋਨਾਂ ਦਾ ਅੰਤਰ ਪਤਾ ਲੱਗਦਾ ਹੈ। ਤੇ ਇਹ ਅੰਤਰ ਤਾਂ ਹੀ ਪਤਾ ਲੱਗੇਗਾ ਜਦੋਂ ਸਮਾਜ ਵਿਗਿਆਨ ਮਾਨਵ ਵਿਗਿਆਨ ਦੇ ਉੱਤੇ ਆਧਾਰਿਤ ਹੋ ਕੇ ਉਸ ਤੋਂ ਕੁਝ ਤੱਤ ਕੁਝ ਚੀਜ਼ਾਂ ਹਾਸਲ ਕਰ ਲਏਗਾ ਤੇ ਮਾਨਵ ਵਿਗਿਆਨ ਦੇ ਉੱਤੇ ਪੂਰਾ ਹੀ ਡਿਪੈਂਡ ਹੋ ਜਾਏਗਾ। ਕਿਉਂਕਿ ਜੋ ਮਾਨਵ ਵਿਗਿਆਨ ਹੈ ਉਸਦੀ ਸਮਾਜ ਵਿਗਿਆਨ ਨੂੰ ਕਾਫੀ ਦੇਣ ਹੈ। ਨੋ ਡਾਊਟ ਕਿ ਆਪਾਂ ਕਹਿ ਰਹੇ ਹਾਂ ਕਿ ਠੀਕ ਹੈ ਮਾਨਵ ਵਿਗਿਆਨ ਦਾ ਜੋ ਪ੍ਰਭਾਵ ਹੈ ਲੋਕਾਂ ਉੱਤੇ ਘਟ ਗਿਆ ਜਾਂ ਇਸ ਦਾ ਜੋ ਮਹੱਤਵ ਹੈ ਉਹ ਘਟ ਗਿਆ, ਪਰ ਫਿਰ ਵੀ ਸਿਰਫ ਸਮਾਜ ਵਿਗਿਆਨ ਹੀ ਨਹੀਂ ਬਲਕਿ ਮਾਨਵ ਵਿਗਿਆਨ ਵੀ ਸਮਾਜ ਵਿਗਿਆਨ ਦੀ ਮਦਦ ਕਰਦਾ ਹੈ। ਮਾਨਵ ਵਿਗਿਆਨ ਨੂੰ ਸੰਸਕ੍ਰਿਤੀ ਦੀ ਉਤਪਤੀ ਅਤੇ ਵਿਕਾਸ ਦੇ ਲਈ ਸਮਾਜਿਕ ਅੰਤਰਕਿਰਿਆਵਾਂ ਸੰਬੰਧਾਂ ਨੂੰ ਸਮਝਣਾ ਪੈਂਦਾ ਹੈ ਜੋ ਸਮਾਜ ਵਿਗਿਆਨ ਦੇ ਖੇਤਰ ਦੇ ਵਿੱਚ ਆਉਂਦਾ ਹੈ। ਸਮਾਜ ਵਿਗਿਆਨ ਦੇ ਖੇਤਰ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਸ਼ਾਮਿਲ ਹੁੰਦੀਆਂ। ਸੋ ਸੰਸਕ੍ਰਿਤੀ, ਕਿਉਂਕਿ ਸੰਸਕ੍ਰਿਤੀ ਦਾ ਅਧਿਐਨ ਮਾਨਵ ਵਿਗਿਆਨ ਦੇ ਵਿੱਚ ਕੀਤਾ ਜਾ ਰਿਹਾ ਹੈ ਅਤੇ ਸੰਸਕ੍ਰਿਤੀ ਇੱਕ ਵਿਅਕਤੀ ਦੀ ਜ਼ਿੰਦਗੀ ਦਾ ਹਿੱਸਾ ਹੈ। ਸੰਸਕ੍ਰਿਤੀ ਤੋਂ ਬਿਨਾ ਕੋਈ ਸਮਾਜ ਨਹੀਂ ਹੈ, ਕੋਈ ਸਮਾਜ ਹੋ ਹੀ ਨਹੀਂ ਸਕਦਾ, ਕਿਉਂਕਿ ਸੰਸਕ੍ਰਿਤੀ ਇੱਕ ਇਸ ਤਰ੍ਹਾਂ ਦੀ ਚੀਜ਼ ਹੈ ਜੋ ਇੱਕ ਵਿਅਕਤੀ ਨੂੰ ਇੱਕ ਜਾਨਵਰ ਤੋਂ ਅਲੱਗ ਕਰਦੀ ਹੈ। ਤੇ ਜੇ ਇੱਕ ਵਿਅਕਤੀ ਨੇ ਇਸ ਚੀਜ਼ ਦਾ ਅਨੁਮਾਨ ਲਗਾਉਣਾ ਹੈ ਕਿ ਵਿਅਕਤੀ ਜਾਂ ਮਨੁੱਖ ਕਿਸ ਢੰਗ ਦੀ ਜ਼ਿੰਦਗੀ ਬਤੀਤ ਕਰ ਰਹੇ ਹਨ ਤਾਂ ਸੰਸਕ੍ਰਿਤੀ ਨੂੰ ਸਮਝਣਾ ਪਏਗਾ। ਤੇ ਉਸ ਸੰਸਕ੍ਰਿਤੀ ਨੂੰ ਕੌਣ ਦੇਗਾ? ਮਤਲਬ ਸੰਸਕ੍ਰਿਤੀ ਦਾ ਜੋ ਅਧਿਐਨ ਹੈ ਉਹ ਮਾਨਵ ਵਿਗਿਆਨ ਦੇ ਵਿੱਚ ਕੀਤਾ ਜਾਏਗਾ। ਸੋ ਸੰਸਕ੍ਰਿਤੀ ਤੋਂ ਬਿਨਾ ਕੋਈ ਸਮਾਜ ਨਹੀਂ ਹੋ ਸਕਦਾ ਅਤੇ ਇਸ ਦੀ ਉਤਪਤੀ ਅੰਤਰਕਿਰਿਆਵਾਂ ਅਤੇ ਸੰਬੰਧਾਂ ਉੱਤੇ ਨਿਰਭਰ ਕਰਦੀ ਹੈ। ਇਸ ਕਰਕੇ ਸਮਾਜ ਵਿਗਿਆਨ ਦੀ ਕਹਿ ਸਕਦੇ ਹਾਂ ਕਿ ਇੱਕ ਹੋਰ ਦੇਣ ਮਾਨਵ ਵਿਗਿਆਨ ਨੂੰ ਇਹ ਹੈ ਕਿ ਮਾਨਵ ਵਿਗਿਆਨ ਨੇ ਆਧੁਨਿਕ ਸਮਾਜਾਂ ਦੇ ਗਿਆਨ ਦੇ ਆਧਾਰ ਉੱਤੇ ਕਈ ਤਰ੍ਹਾਂ ਦੇ ਨਿਰਮਾਣ ਕਰਨੇ ਸ਼ੁਰੂ ਕਰਤੇ ਹਨ ਜੋ ਆਦਮ ਸਮਾਜ ਦਾ ਅਧਿਐਨ ਕਰਦੇ ਹਨ। ਇਸ ਨਾਲ ਮਾਨਵ ਸਮਾਜ ਦੀ ਜੋ ਕੀ ਹੈ ਵਿਸ਼ੇਸ਼ ਜਾਂ ਸਮੱਗਰੀ ਹੈ ਉਸ ਨੂੰ ਸਮਝਣ ਦੇ ਲਈ ਕਾਫੀ ਮਹੱਤਵਪੂਰਨ ਹੋ ਜਾਂਦਾ ਹੈ। ਜਾਂ ਸਧਾਰਨ ਸ਼ਬਦਾਂ ਵਿੱਚ ਇਹ ਬੋਲ ਸਕਦੇ ਹਾਂ ਕਿ ਜੋ ਮਾਨਵ ਵਿਗਿਆਨ ਹੈ ਉਸਦੀ ਦੇਣ ਸਮਾਜ ਵਿਗਿਆਨ ਨੂੰ ਇਹ ਹੈ। ਸਭ ਤੋਂ ਪਹਿਲਾਂ ਤਾਂ ਸੰਸਕ੍ਰਿਤੀ ਦੀ ਹੀ ਗੱਲ ਹੋਈ ਸੀ। ਜਿਵੇਂ ਸੰਸਕ੍ਰਿਤੀ ਇੱਕ ਐਦਾਂ ਦੀ ਚੀਜ਼ ਹੈ ਜੋ ਇੱਕ ਵਿਅਕਤੀ ਦੀ ਜ਼ਿੰਦਗੀ ਦੇ ਵਿੱਚ ਉਸਦੇ ਜੀਵਨ ਦੇ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ, ਜਿਸ ਤੋਂ ਬਿਨਾਂ ਵਿਅਕਤੀ ਵਿਵਹਾਰ ਕਰਨਾ ਸਿੱਖ ਹੀ ਨਹੀਂ ਸਕਦਾ। ਸੰਸਕ੍ਰਿਤੀ ਹੀ ਦੱਸਦੀ ਹੈ ਇੱਕ ਵਿਅਕਤੀ ਨੂੰ ਕਿ ਉਸਨੇ ਕਿਸ ਢੰਗ ਦਾ ਵਿਵਹਾਰ ਕਰਨਾ ਹੈ। ਅਤੇ ਮਾਨਵ ਵਿਗਿਆਨ ਨੂੰ ਦੇਣ ਜਾਂ ਸਮਾਜ ਵਿਗਿਆਨ ਦੀ ਇੱਕ ਦੇਣ ਮਾਨਵ ਵਿਗਿਆਨ ਨੂੰ ਇਹ ਹੈ ਕਿ ਮਾਨਵ ਵਿਗਿਆਨ ਨੇ ਆਧੁਨਿਕ ਸਮਾਜ ਦੇ ਗਿਆਨ ਦੇ ਆਧਾਰ ਉੱਤੇ ਕਈ ਤਰ੍ਹਾਂ ਦੇ ਏਦਾਂ ਦੇ ਸੰਕਲਪ, ਕਈ ਤਰ੍ਹਾਂ ਦੇ ਏਦਾਂ ਨਿਰਮਾਣ ਕਰਨੇ ਸ਼ੁਰੂ ਕੀਤੇ ਹਨ ਜਿਸ ਦੇ ਨਾਲ ਸਮਾਜ ਵਿਗਿਆਨ ਮਾਨਵ ਵਿਗਿਆਨ ਦੇ ਨਾਲ ਮਿਲ ਕੇ, ਨਾਲ ਜੁੜ ਕੇ ਸਮਾਜ ਦਾ ਅਧਿਐਨ ਕਰ ਰਹੇ ਹਨ। ਅਤੇ ਮਾਨਵ ਵਿਗਿਆਨ ਨੇ ਸਮਾਜ ਵਿਗਿਆਨ ਦੇ ਕੁਝ ਵਿਸ਼ਿਆਂ ਬਾਰੇ, ਕੁਝ ਸੰਕਲਪਾਂ ਅਤੇ ਵਿਧੀਆਂ ਨੂੰ ਆਪਣੇ ਖੇਤਰ ਦੇ ਵਿੱਚ ਵੀ ਸ਼ਾਮਿਲ ਕਰਨਾ ਸ਼ੁਰੂ ਕਰ ਦਿੱਤਾ ਹੈ, ਅਪਣਾਉਣਾ ਸ਼ੁਰੂ ਕਰ ਦਿੱਤਾ ਤੇ ਆਪਣੀ ਵਿਸ਼ੇ ਸਮੱਗਰੀ ਨੂੰ ਸੰਸ਼ੋਧਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਕਿਉਂਕਿ ਜੋ ਇੱਕ ਸਮਾਜਿਕ ਤੌਰ ਤੇ ਏਕਤਾ ਦੀ ਗੱਲ ਹੁੰਦੀ ਹੈ ਉਹ ਵੀ ਇਹਦੇ ਵਿੱਚ ਸ਼ਾਮਿਲ ਹੁੰਦੀ ਹੈ। ਮਾਨਵ ਵਿਗਿਆਨ ਨੇ ਜੋ ਸੋਸ਼ਲ ਸੋਲੀਡੈਰਿਟੀ ਹੈ, ਸਮਾਜਿਕ ਏਕਤਾ ਹੈ, ਉਸ ਨੂੰ ਪੈਦਾ ਕਰਨ ਲਈ ਸੰਸਕ੍ਰਿਤੀ ਜਾਂ ਸੰਸਕ੍ਰਿਤਿਕ ਅਤੇ ਸਮਾਜਿਕ ਤੱਥਾਂ ਦੇ ਨਾਲ ਹੋਰ ਤੱਥਾਂ ਨੂੰ ਵੀ ਅਧਿਐਨ ਕਰਨਾ ਸ਼ੁਰੂ ਕਰਤਾ, ਜਿਨ੍ਹਾਂ ਨਾਲ ਕੀ ਹੈ ਇੱਕ ਮਨੁੱਖ ਦਾ ਵਿਕਾਸ ਹੋਇਆ, ਜਿਸ ਦੇ ਨਾਲ ਇੱਕ ਸਮਾਜ ਦਾ ਵਿਕਾਸ ਹੋਇਆ। ਸੋ ਅਖੀਰ ਦੇ ਵਿੱਚ ਇਹ ਚੀਜ਼ ਇੱਥੇ ਜ਼ਰੂਰ ਕਹਿਣੀ ਬਣਦੀ ਹੈ, ਭਾਵੇਂ ਇਤਿਹਾਸ ਹੈ, ਭਾਵੇਂ ਮਨੋਵਿਗਿਆਨ ਹੈ ਜਾਂ ਫਿਰ ਮਾਨਵ ਵਿਗਿਆਨ ਹੈ, ਇਹ ਸਾਰੇ ਹੀ ਵਿਗਿਆਨ ਸਮਾਜ ਵਿਗਿਆਨ ਜਾਂ ਸਮਾਜ ਸ਼ਾਸਤਰ ਦੇ ਨਾਲ ਜੁੜੇ ਹੋਏ ਹੁੰਦੇ ਹਨ। ਇਹਨਾਂ ਸਾਰਿਆਂ ਦਾ ਸਮਾਜ ਵਿਗਿਆਨ ਦੇ ਨਾਲ ਬਹੁਤ ਹੀ ਡੂੰਘਾ ਸੰਬੰਧ ਹੈ, ਕਿਉਂਕਿ ਇਹ ਸਭ ਵਿਗਿਆਨ ਇੱਕ ਦੂਜੇ ਨਾਲ ਸੰਬੰਧਿਤ ਹੀ ਨਹੀਂ ਹਨ ਬਲਕਿ ਇੱਕ ਦੂਜੇ ਤੋਂ ਵੱਖ ਵੀ ਨਹੀਂ ਹੈ। ਮਤਲਬ ਇਹ ਇੱਕ ਦੂਜੇ ਨਾਲ ਜੁੜ ਕੇ ਵੀ ਕੰਮ ਕਰਨਗੇ। ਜਿਵੇਂ ਇੱਕ ਵਿਅਕਤੀ ਦੀ ਆਰਥਿਕਤਾ ਨੂੰ ਸਮਝਣ ਦੇ ਲਈ ਕਿ ਉਹ ਵਿਅਕਤੀ ਸਮਾਜ ਦੇ ਵਿੱਚ, ਜ਼ਿੰਦਗੀ ਦੇ ਵਿੱਚ ਕਿਸ ਢੰਗ ਦਾ ਜੀਵਨ ਬਤੀਤ ਕਰ ਰਿਹਾ ਹੈ, ਉਹ ਕਿਵੇਂ ਪੈਸਾ ਕਮਾ ਰਿਹਾ ਹੈ, ਉਹ ਆਰਥਿਕ ਸਥਿਤੀ ਨੂੰ ਸਮਝਣ ਦੇ ਲਈ ਕੀ ਹੈ ਅਰਥ ਸ਼ਾਸਤਰ ਨੂੰ ਸਮਝਣਾ ਪਏਗਾ। ਤੇ ਅਰਥ ਸ਼ਾਸਤਰ ਦੇ ਨਾਲ ਨਾਲ ਸਮਾਜ ਵਿਗਿਆਨ
ਵੀ ਇਹਦੇ ਨਾਲ ਹੀ ਜੁੜ ਜਾਂਦਾ ਹੈ ਕਿ ਉਹ ਵਿਅਕਤੀ ਜਦੋਂ ਪੈਸਾ ਕਮਾ ਰਿਹਾ ਹੈ, ਉਹ ਪੈਸਾ ਦਾ ਪੈਸਾ ਕਿਵੇਂ ਉਪਜਾਊ ਕਿਵੇਂ ਕਰ ਰਿਹਾ ਹੈ, ਜਾਂ ਪੈਸੇ ਦਾ ਉਤਪਾਦਨ ਕਿਸ ਢੰਗ ਨਾਲ ਕਰ ਰਿਹਾ ਹੈ, ਕਿਵੇਂ ਵੰਡ ਕਰ ਰਿਹਾ ਹੈ, ਕਿਵੇਂ ਉਸਦੀ ਉਪਭੋਗ ਕਰਦਾ ਪਿਆ ਹੈ। ਸੋ ਇਹ ਸਾਰੀਆਂ ਚੀਜ਼ਾਂ ਨੂੰ ਸਮਝਣ ਦੇ ਲਈ ਹਰ ਇੱਕ ਵਿਸ਼ੇ ਨੂੰ ਸਮਾਜ ਸ਼ਾਸਤਰ ਦੇ ਨਾਲ ਜੁੜਨਾ ਹੀ ਪੈਂਦਾ ਹੈ। ਔਰ ਸਮਾਜ ਵਿਗਿਆਨ ਦੇ ਬਿਨਾਂ ਇਹ ਸਾਰੇ ਹੀ ਵਿਸ਼ੇ ਅਧੂਰੇ ਵੀ ਹਨ। ਇਸ ਕਰਕੇ ਅਖੀਰ ਦੇ ਵਿੱਚ ਇਹ ਚੀਜ਼ ਇੱਥੇ ਜ਼ਰੂਰ ਕਹਿਣੀ ਬਣਦੀ ਹੈ, ਭਾਵੇਂ ਉਹ ਇਤਿਹਾਸ ਹੈ, ਮਾਨਵ ਸਮਾਜ ਹੈ ਜਾਂ ਮਨੋਵਿਗਿਆਨ ਹੈ, ਇਹਨਾਂ ਸਾਰੇ ਸਮਾਜਾਂ ਦਾ, ਇਹਨਾਂ ਸਾਰੇ ਵਿਗਿਆਨਾਂ ਦਾ ਇੱਕ ਦੂਜੇ ਨਾਲ ਬਹੁਤ ਡੂੰਘਾ ਸੰਬੰਧ ਹੈ, ਗੂੜਾ ਸੰਬੰਧ ਹੈ। ਇੱਕ ਦੂਜੇ ਤੋਂ ਬਿਨਾਂ ਇਹ ਸਭ ਕੁਝ ਹੀ ਪੂਰਾ ਨਹੀਂ ਹੋ ਸਕਦਾ, ਸਮਾਜ ਦਾ ਅਧਿਐਨ ਹੀ ਪੂਰਾ ਨਹੀਂ ਹੋ ਸਕਦਾ। ਸੋ ਆਪਾਂ ਆਪਣਾ ਵਿਸ਼ਾ, ਇਹ ਟੌਪਿਕ ਇੱਥੇ ਹੀ ਖਤਮ ਕਰਦੇ ਹਾਂ। ਮੈਨੂੰ ਦਿਓ ਇਜਾਜ਼ਤ। ਧੰਨਵਾਦ।